मंत्री होए अचूहिया नागी लगे जाए, नागी लगे जाए। आपन हाथी आपने हुक्म पाया तुर खसम का अति हूँ तका खाए, अति हूँ तका खाए। गुरमुख स्यो मनमुख आड़े डूबे हक न्याय, दुहासरिया आपे खसम वेखे करव्यो पाए, वेखे करव्यो पाए। नानक वे जानिए सब किश तिस है रजाए, तिस है न जाए। नानक में जानिए, नानक में जानिए, नानक में जानिए, नानक में जानिए। साहिब जीओ हुक्म पया तुर खसम का अति हूँ तका खाए। गुरमुख स्यों मन मुख अड़ै डूबै हक न्याय। हुक्म पया तुर खसम का अति हूँ तका खाए। गुरमुख स्यों मन मुख अड़ै डूबै हक न्याय। वाहिगुरु जी का खालसा वाहिगुरु जी की फतेह। सतगुरु गरीब नवाज सर्ब कला समर्थ श्री गुरु ग्रंथ साहिब जी की पावन पवित्र हजूरी विच सुभाएमान गुरु रूप साध संगत जी, आप जी इन्हां दिनां विच गुरु अंगद देव जी दे उचारण कीते हुए श्लोकां दी व्याख्या बड़े प्यार शरधा सहित सरवण कर रहे हो। अज दा ये श्लोक भी गुरु अंगद देव दूसरे पातशाह जी की बाणी है। इस दे दो हिस्सियां दी विचार आपां कल दे दीवाना विच कर चुके हाँ। शब्द दा अज दा विशा है कि गुरमुख स्यों मनमुख अड़ै डूबै हक न्याय। ये कुदरत दा एक नेम है कि जदों किसी गुरमुख दा जीवन अत उचाई विच जांदा है, ओदियां बरकतां नूं वेखण तो बाद मनमुख जिहड़ा कि गुणां तो खाली है उस दे जीवन नूं बर्दाश्त नहीं करदा।
ਈਰਖਾ ਉਹਦੇ ਅੰਦਰ ਪਣਪਦੀ ਹੈ। ਈਰਖਾ ਤੇ ਆਮ ਮਨੁੱਖ ਨਾਲ ਕੀਤੀ ਹੋਈ ਵੀ ਮਨੁੱਖ ਦਾ ਨੁਕਸਾਨ ਕਰਦੀ ਹੈ। ਪਰ ਜਿਹਦੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੋਵੇ, ਜੇ ਕਿਸੇ ਦੇ ਮਨ ਵਿੱਚ ਉਹਦੇ ਪ੍ਰਤੀ ਦਵੈਸ਼, ਈਰਖਾ ਜਾਂ ਦੁਰਭਾਵਨਾ ਜਾਗ ਪਏ, ਐਸਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਬੜੇ ਵੱਡੇ ਖਤਰੇ ਨੂੰ ਸੱਦਾ ਦਿੰਦਾ ਹੈ। ਭਾਵੇਂ ਕਿ ਗੁਰਮੁਖ ਦੇ ਮਨ ਵਿੱਚ ਜਿਹੜਾ ਨਾਮ ਨਾਲ ਜੁੜਿਆ ਹੈ, ਉਹਦੇ ਮਨ ਵਿੱਚ ਕਿਸੇ ਪ੍ਰਤੀ ਕੋਈ ਦਵੈਸ਼ ਨਹੀਂ, ਕੋਈ ਦੁੱਖ ਭਾਵਨਾ ਨਹੀਂ, ਪਰ ਇਹ ਦੋਵੇਂ ਸ਼ਕਤੀਆਂ ਸੰਸਾਰ ਵਿੱਚ ਤਕਰੀਬਨ ਖਹਿੰਦੀਆਂ ਰਹੀਆਂ ਨੇ। ਸਤਿਗੁਰੂ ਨੇ ਹੋਰ ਵੀ ਬਚਨ ਕੀਤੇ ਬਾਣੀ ਦੇ ਅੰਦਰ ਕਿ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਦੋਵਾਂ ਦੀ ਆਪਸ ਵਿੱਚ ਬਣਦੀ ਨਹੀਂ। ਕੱਲ ਦੇ ਸ਼ਬਦਾਂ ਵਿੱਚ ਆਪਾਂ ਵਿਚਾਰਿਆ ਸੀ ਕਿ ਸਭ ਤੋਂ ਪਹਿਲਾਂ ਨਾਮ ਦੇ ਵਿੱਚ ਤਾਕਤ ਹੈ ਕਿ ਉਹ ਇੱਕ ਜ਼ਮੀਨ ਤੇ ਰੁਲਦੇ ਹੋਏ ਕੱਖ ਨੂੰ ਇੰਨੀ ਸ਼ਕਤੀ ਬਖਸ਼ ਦਿੰਦਾ ਹੈ ਕਿ ਕਈ ਵਾਰੀ ਵੱਡੇ ਤੋਂ ਵੱਡੇ ਮਨੁੱਖ ਵੀ ਉਹਦੇ ਅੱਗੇ ਝੁਕ ਜਾਂਦੇ ਨੇ, ਛੋਟੇ ਰਹਿ ਜਾਂਦੇ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ ਕਿ ਜੇ ਉਹ ਮਨ ਵਿੱਚ ਵਸਿਆ, ਕਿੰਨੀਆਂ ਬਰਕਤਾਂ ਉਸ ਨਾਮ ਦੇ ਅੰਦਰ ਮੌਜੂਦ ਨੇ। ਉਹ ਸਮੁੰਦਰ ਵਿੱਚ ਪਹਾੜ ਬਣਾ ਸਕਦਾ ਹੈ, ਪਹਾੜਾਂ ਨੂੰ ਸਮੁੰਦਰ ਬਣਾ ਸਕਦਾ ਹੈ, ਜ਼ਮੀਨ ਤੇ ਤੁਰਨ ਵਾਲਿਆਂ ਨੂੰ ਆਕਾਸ਼ ਤੇ ਚੜਾ ਸਕਦਾ ਹੈ, ਔਰ ਆਕਾਸ਼ ਵਿੱਚ ਚੜੇ ਹੋਇਆਂ ਨੂੰ ਜ਼ਮੀਨ ਤੇ ਡੇਗ ਸਕਦਾ ਹੈ, ਕਿਉਂਕਿ ਹੋਈ ਉਹਦੇ ਵਿੱਚ ਕਲਾ, ਬਹੁਤ ਸਾਰੀ ਸ਼ਕਤੀ ਹੈ। ਯਾਨੀ ਕਿ ਕਰਾਮਾਤ ਨਾਲ ਭਰਪੂਰ ਹੈ। ਜਿਵੇਂ ਕੱਲ ਆਪਾਂ ਵਿਚਾਰਿਆ ਸੀ ਕਿ ਗੁਰੂ ਰਾਮਦਾਸ ਜੀ ਦੇ ਸੰਬੰਧ ਵਿੱਚ ਜੋ ਬਚਨ ਕਹੇ ਨੇ ਕਿ ਪੂਰੀ ਹੋਈ ਕਰਾਮਾਤ, ਕਰਾਮਾਤ ਜਿਹਦਾ ਕੋਈ ਸੰਭਾਵਨਾ ਨਹੀਂ, ਜਿਸ ਚੀਜ਼ ਬਾਰੇ ਕੋਈ ਸੋਚਿਆ ਵੀ ਨਹੀਂ ਜਾ ਸਕਦਾ ਵੀ ਇਸ ਤਰ੍ਹਾਂ ਹੋ ਜਾਏਗਾ, ਕੋਈ ਸੋਚ ਹੀ ਨਹੀਂ ਸਕਦਾ। ਨਾਮ ਉਸ ਚੀਜ਼ ਨੂੰ ਮੁਮਕਿਨ ਕਰ ਦਿੰਦਾ ਹੈ, ਉਹਨੂੰ ਵਰਤਾ ਦਿੰਦਾ, ਉਸ ਨੂੰ ਬਣਾ ਦਿੰਦਾ। ਉਹਦੇ ਅੰਦਰ ਇੰਨੀਆਂ ਬਰਕਤਾਂ ਨੇ। ਇਸ ਕਰਕੇ ਤਕਰੀਬਨ ਜਿਹੜੇ ਜਿਹੜੇ ਲੋਕ ਨਾਮ ਦੇ ਵਿੱਚ ਬਹੁਤੀ ਤੀਬਰਤਾ ਨਾਲ ਜੁੜੇ ਨੇ, ਉਹ ਬਿਲਕੁਲ ਨੀਵੀਂ ਪੱਧਰ ਤੇ ਜਿਉਣ ਵਾਲੇ ਲੋਕ ਸਨ, ਜਿਨ੍ਹਾਂ ਨੂੰ ਲੋਕਾਂ ਨੇ ਦੁਰਕਾਰਿਆ, ਨੀਵੇਂ ਕਿਹਾ, ਸ਼ਕਤੀ ਤੋਂ ਹੀਣ ਕਿਹਾ, ਕਮਜ਼ੋਰ ਕਿਹਾ। ਨਾਮ ਨੇ ਉਹਨਾਂ ਦੇ ਜੀਵਨ ਵਿੱਚ ਕ੍ਰਾਂਤੀ ਲੈ ਆਂਦੀ, ਕਿਉਂਕਿ ਉਹਨਾਂ ਨੇ ਸੰਸਾਰ ਤੋਂ ਆਪਣੇ ਆਪ ਨੂੰ ਵੱਖਰਾ ਸਮਝਿਆ। ਤੇ ਜਿੰਨਾ ਮਨੁੱਖ ਸੰਸਾਰ ਤੋਂ ਵੱਖਰਾ ਹੁੰਦਾ ਹੈ, ਓਨੀ ਤੇਜ਼ੀ ਨਾਲ ਗੁਰੂ ਨਾਲ ਤੇ ਪ੍ਰਮਾਤਮਾ ਨਾਲ ਪਿਆਰ ਕਰਦਾ ਹੈ। ਆਪਾਂ ਬਾਣੀ ਵਿੱਚ ਦੋ ਭਗਤਾਂ ਦਾ ਜ਼ਿਕਰ ਸੁਣਨੇ ਆ। ਆਮ ਤੌਰ ਤੇ ਆਪਾਂ ਪੁੱਛਨੇ ਆ ਕਿ ਨਾਮ ਕਿਵੇਂ ਜਪੀਦਾ ਹੈ, ਨਾਮ ਦਾ ਅਭਿਆਸ ਕਿਵੇਂ ਕਰਨਾ ਹੈ, ਧਰਮ ਨੂੰ ਕਿਵੇਂ ਕਮਾਉਣਾ ਹੈ। ਭਗਤ ਕਬੀਰ ਜੀ ਨੂੰ ਵੀ ਕਿਸੇ ਨੇ ਪੁੱਛਿਆ ਕਿ ਤੁਸੀਂ ਨਾਮ ਜਪਣ ਵਿੱਚ ਕਾਮਯਾਬ ਹੋਏ, ਤੁਹਾਨੂੰ ਪ੍ਰਸਿੱਧੀ ਮਿਲੀ ਹੈ, ਕਿਵੇਂ ਜਪਿਆ ਜਾਏ, ਕਿਹੜਾ ਤਰੀਕਾ ਹੈ, ਕਿਹੜੀ ਜੁਗਤ ਹੈ। ਜਵਾਬ ਵਿੱਚ ਉਹਨਾਂ ਨੇ ਇੱਕ ਸ਼ਬਦ ਉਚਾਰਨ ਕੀਤਾ, ਉਹ ਮੈਂ ਸਾਂਝਾ ਕਰ ਦਿਆਂ। ਜਦੋਂ ਕਿਸੇ ਪੁੱਛਿਆ ਤਰੀਕਾ ਕਿਹੜਾ ਹੈ, ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਨਹੀਂ ਅਨੇਕ ਤਰੀਕੇ ਦੱਸੇ ਗਏ ਨੇ। ਇੱਕ ਤਰੀਕਾ ਨਹੀਂ ਹੈ, ਜਪਣਾ ਸਿਰਫ ਇੱਕ ਤਰੀਕਾ ਹੈ। ਇੱਕ ਜਪਣਾ ਹੈ ਤੇ ਇੱਕ ਕਿਹੜੇ ਢੰਗ ਨਾਲ ਜਪਿਆ ਜਾ ਰਿਹਾ ਹੈ। ਜਪਣ ਵਾਲੇ ਦੀ ਭਾਵਨਾ ਵੱਖਰੀ ਵੱਖਰੀ ਹੈ। ਆ ਜਪਜੀ ਸਾਹਿਬ ਤੁਸੀਂ ਪੜ੍ਹੋਗੇ, ਆਰੰਭ ਵਿੱਚ ਤਕਰੀਬਨ 7 ਤਰ੍ਹਾਂ ਦੇ ਲੋਕਾਂ ਦੇ ਨਾਮ ਜਪਣ ਦੇ ਤਰੀਕੇ ਦੱਸੇ ਗਏ ਨੂੰ, ਕਿਵੇਂ ਜਪਦੇ ਨੇ। ਜਪਣਾ ਇੱਕ ਹੈ, ਪਰ ਜਪਣ ਵਾਲੇ ਦੀ ਅੰਦਰਲੀ ਸਥਿਤੀ ਇੱਕੋ ਜਿਹੀ ਨਹੀਂ। ਗੁਰੂ ਨਾਨਕ ਸਾਹਿਬ ਨੇ 6-7 ਤਰੀਕੇ ਦੱਸੇ ਵੀ ਕਿਹੜੇ ਤਰੀਕੇ ਨਾਲ ਉਹ ਲੋਕ ਜਿਹੜੇ ਨੇ ਤੁਰ ਰਹੇ ਨੇ। ਉਹ ਮੈਂ ਥੋੜੇ ਜਿਹਾ ਗਿਣਦੇ ਹਾਂ, ਉਹਨਾਂ ਵਿੱਚੋਂ ਕੋਈ ਵੀ ਸਾਡੇ ਕੰਮ ਆ ਸਕਦਾ ਹੈ।
क्योंकि हो सकता है असीं कल्ला जपते होइए, जपना और चीज है, पर ਉਹਦੇ अंदर ਉਹਦੇ पिछे भावना किवें दी है, ਕੰਮ ਉਹ ਕਰਦੀ है। कल्ला जपना ਕੰਮ नहीं दिंदा। ਤਾਂ ਉਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਬਚਨ ਕਿਹਾ ਉਹ ਅੱਜ ਦੇ ਸ਼ਬਦ ਨਾਲ ਸੰਬੰਧਿਤ ਗੁਰੂ ਸਾਹਿਬ ਕਹਿੰਦੇ ਗਾਵੇ ਕੋ ਤਾਣ। ਜੇ ਕੋਈ ਬੰਦਾ ਉਸ ਪਰਮਾਤਮਾ ਨੂੰ ਤਾਣ ਵਾਸਤੇ ਗਾਉਂਦਾ ਹੈ, ਜਪਦਾ ਹੈ, ਤਾਣ ਦੇ ਅਖਰੀ ਅਰਥ ਨੇ ਸ਼ਕਤੀ ਵਾਸਤੇ। ਕੋਈ ਕਮਜ਼ੋਰ ਆਦਮੀ ਹੈ, ਨਾ ਸਮਾਜ ਵਿੱਚ ਉਹਦੀ ਕੋਈ ਸ਼ਕਤੀ, ਨਾ ਉਹਦੀ ਜੇਬ ਵਿੱਚ ਮਾਇਆ ਦੀ ਸ਼ਕਤੀ ਹੈ, ਨਾ ਉਹਦੇ ਕੋਲ ਵਿਦਿਆ ਹੈ, ਨਾ ਉਹਦੇ ਕੋਲ ਹੋਰ ਕੋਈ ਸ਼ਕਤੀ, ਕਿਸੇ ਪ੍ਰਕਾਰ ਦੀ ਤਾਕਤ ਨਹੀਂ। ਤਾਂ ਜੇ ਇਸ ਤਰ੍ਹਾਂ ਦਾ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ, ਇੱਕ ਤਾਂ ਉਹ ਜਪਦਾ ਹੈ ਔਰ ਇੱਕ ਉਹਦੇ ਜਪਣ ਦੇ ਪਿੱਛੇ ਭਾਵਨਾ ਕੰਮ ਕਰਦੀ ਹੈ। ਇਹ ਦੋ ਚੀਜ਼ਾਂ ਮਿਲਣ ਤੇ ਤਾਂ ਜਾਪ ਪੂਰਾ ਹੁੰਦਾ ਹੈ। ਜਿਵੇਂ ਕੱਪੜਾ ਤਾਂ ਸੀਪਦਾ ਹੈ ਜੇ ਥੱਲੇ ਵਾਲਾ ਤੇ ਉੱਪਰ ਵਾਲਾ ਧਾਗਾ ਦੋਵੇਂ ਮਿਲ ਗਏ, ਤਾਂ ਉਹ ਕੱਪੜੇ ਦੇ ਦੋ ਟੁਕੜਿਆਂ ਨੂੰ ਆਪਸ ਵਿੱਚ ਸੀਣਗੇ। ਜੇ ਉੱਤੇ ਵਾਲਾ ਧਾਗਾ ਚੱਲਦਾ ਰਿਹਾ, ਥੱਲੇ ਵਾਲਾ ਖਲੋ ਗਿਆ, ਕੱਪੜਾ ਸੀਪੇਗਾ ਨਹੀਂ। ਇਸ ਤਰ੍ਹਾਂ ਜਿਹੜਾ ਜਪਣਾ ਹੈ ਇਹ ਉੱਪਰ ਵਾਲਾ ਧਾਗਾ ਹੈ, ਜ਼ਰੂਰੀ ਬੜਾ ਹੈ, ਇਹ ਉੱਪਰ ਵਾਲਾ ਧਾਗਾ ਹੈ। ਪਰ ਭਾਵਨਾ ਜਿਹੜੀ ਹੈ ਉਹ ਕਿਵੇਂ ਦੀ ਹੈ, ਸੁੱਧ ਹੈ ਕਿ ਨਹੀਂ, ਉਹ ਠੀਕ ਹੈ ਕਿ ਨਹੀਂ। ਭਾਵਨਾ ਥੱਲੇ ਵਾਲਾ ਧਾਗਾ ਹੈ। ਜਦੋਂ ਦੋਵੇਂ ਚੀਜ਼ਾਂ ਇਕੱਠੀਆਂ ਹੋ ਗਈਆਂ, ਭਾਵਨਾ ਵੀ ਸ਼ੁੱਧ ਹੋ ਗਈ ਤੇ ਜਾਪ ਵੀ ਸ਼ੁੱਧ ਹੋ ਗਿਆ। ਜਿੱਥੇ ਦੋਵੇਂ ਚੀਜ਼ਾਂ ਜੁੜ ਗਈਆਂ ਉੱਥੇ ਸਾਡਾ ਮਨ ਨਾਮ ਨਾਲ ਸੀਪਣਾ ਸ਼ੁਰੂ ਹੋ ਜਾਏਗਾ, ਜੁੜਨਾ ਸ਼ੁਰੂ ਹੋ ਜਾਏਗਾ। ਤਾਂ ਗਾਵੇ ਕੋ ਤਾਨ, ਇੱਕ ਗਾਉਣਾ ਹੈ ਤੇ ਇੱਕ ਕਿਹੜੇ ਤਰੀਕੇ ਨਾਲ ਗਾਉਣਾ ਹੈ। ਗਾਉਣ ਦੇ ਤੇ ਹਰ ਅਰਥ ਹੋਣਗੇ ਜਪਣਾ। ਇੱਕ ਗਾਉਣਾ ਤੇ ਇੱਕ ਤਰੀਕਾ ਕਿਹੜਾ, ਜੁਗਤ ਕਿਹੜੀ। ਹਜ਼ੂਰ ਕਹਿੰਦੇ ਨੇ ਕੁਝ ਲੋਕ ਤਾਣ ਵਾਸਤੇ ਗਾਉਂਦੇ ਉਸ ਨੂੰ ਕਿ ਮੈਨੂੰ ਸ਼ਕਤੀ ਦੇ, ਮੈਨੂੰ ਤਾਕਤ ਦੇ, ਮੈਨੂੰ ਤਾਕਤ ਚਾਹੀਦੀ ਹੈ, ਕਿਉਂਕਿ ਤਾਕਤ ਗਵਾਚ ਗਈ। ਔਰ ਮੈਂ ਉਸ ਇੱਕ ਭਗਤ ਦਾ ਜ਼ਿਕਰ ਵੀ ਕਰਦਿਆਂ ਜਿਹਦੇ ਕੋਲੋਂ ਤਾਕਤ ਖੋ ਲਈ ਗਈ ਸੀ, ਉਹਨੇ ਤਾਂ ਜਪਿਆ ਸੀ, ਨਹੀਂ ਤੇ ਉਹ ਜਪਦਾ ਨਾ ਸ਼ਾਇਦ ਅੱਜ ਨਾ ਹੀ ਨਾ ਹੁੰਦਾ ਉਹਦਾ ਗੁਰੂ ਗ੍ਰੰਥ ਸਾਹਿਬ ਵਿੱਚ। ਦੁਨੀਆ ਵਿੱਚ ਲੋਕ ਉਸ ਨੂੰ ਜਾਣਦੇ ਹੀ ਨਾ, ਸ਼ਾਇਦ ਜੇ ਉਹਦੇ ਕੋਲੋਂ ਸ਼ਕਤੀ ਨਾ ਖੋਂਦਾ ਉਹਦਾ ਪਿਤਾ। ਤੁਸੀਂ ਸੁਣਿਆ ਹੋਵੇਗਾ ਕਿ ਧਰੂਵ ਦੇ ਕੋਲੋਂ ਉਹਦੇ ਪਿਤਾ ਨੇ ਤਾਕਤ ਖੋਹ ਲਈ ਸੀ ਛੋਟੇ ਹੁੰਦਿਆਂ, ਜਾਂ ਉਹਦੀ ਮਾਂ ਨੇ ਖੋਈ। ਭਾਈ ਗੁਰਦਾਸ ਜੀ ਬਚਨ ਕਹਿੰਦੇ ਨੇ ਕਿ ਧਰੂਵ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਮਤਰੇਈ ਮਾਂ ਨੇ, ਧਰੂਵ ਦੀ ਜਿਹੜੀ ਮਤੇਈ ਮਾਂ ਸੀ, ਆਪਣੀ ਮਾਂ ਤੇ ਬਾਹਰ ਸੀ ਮਹਿਲਾਂ ਤੋਂ। ਇਸ ਰਾਜੇ ਦੀ ਦੂਸਰੀ ਇਸਤਰੀ ਜਿਹੜੀ ਸੀ, ਜਿਹੜੀ ਮਹਿਲਾਂ ਵਿੱਚ ਰਹਿੰਦੀ ਸੀ, ਉਹਨੇ ਧਰੂਵ ਨੂੰ ਰਾਜੇ ਦੀ ਗੋਦ ਵਿੱਚੋਂ ਖਿੱਚ ਕੇ ਬਾਹਰ ਕੱਢ ਦਿੱਤਾ। ਰੋਣ ਲੱਗ ਪਿਆ। ਹੁਣ ਰਾਜੇ ਦਾ ਪੁੱਤਰ ਸੀ, ਛੋਟੀ ਗੱਲ ਨਹੀਂ। ਆਪਣੀ ਮਾਂ ਕੋਲ ਜਾਂਦਾ ਹੈ ਤੇ ਜਾ ਕੇ ਇੱਕ ਸਵਾਲ ਕੀਤਾ ਉਸਨੇ। ਕਹਿਣ ਲੱਗੇ, ਡੱਡੋ ਲਿਖਾ ਮਾਂ ਪੁੱਛੈ, ਤੂੰ ਸਵਾਣੀ ਹੈ ਕਿ ਸਰਿਤਾ। ਮੈਂ ਤੇ ਸੋਚਿਆ ਸੀ ਤੂੰ ਰਾਣੀ ਹੈ, ਪਰ ਤੇਰੀ ਤਾਂ ਕੀਮਤ ਹੀ ਕੋਈ ਨਹੀਂ। ਮੈਂ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ ਤੇ ਉਸ ਦੂਸਰੀ ਮਾਂ ਨੇ, ਮਤਰੇਈ ਮਾਂ ਨੇ ਮੈਨੂੰ ਬਾਹਰ ਕੱਢ ਦਿੱਤਾ। ਅੱਗੋਂ ਜਵਾਬ ਮਿਲਿਆ, ਸੁਆਣੀ ਹਾਂ ਮੈਂ ਜਨਮ ਦੀ, ਗਿਆਨ ਨਾ ਭਗਤੀ ਕਰਮ ਦ੍ਰਿੜੀਤਾ। ਮੈਂ ਬੰਦਗੀ ਨਹੀਂ ਕੀਤੀ, ਪਹਿਲਾਂ ਤਾਕਤ ਮਿਲ ਗਈ ਸੀ, ਬੰਦਗੀ ਕਰਕੇ ਰਾਜ ਮਿਲਿਆ ਸੀ, ਪਰ ਅੱਗੋਂ ਛੱਡ ਦਿੱਤੀ। ਇਹ ਆਮ ਹੁੰਦਾ ਹੈ, ਤਪ ਤੋਂ ਹੀ ਰਾਜ ਮਿਲਦਾ ਹੈ। ਸ਼ਕਤੀ ਮਿਲਦੀ ਤਪ ਵਿੱਚੋਂ, ਜਪ ਵਿੱਚੋਂ, ਸੇਵਾ ਦੇ ਵਿੱਚੋਂ ਮਿਲਦੀ। ਪਰ ਜਦੋਂ ਕੁਝ ਮਿਲਣ ਲੱਗਦਾ ਬੰਦਾ ਸੌਂ ਜਾਂਦਾ, ਅਵੇਸਲਾ ਹੋ ਜਾਂਦਾ ਹੈ। ਉਹਦੀ ਮਾਂ ਨੇ ਜਵਾਬ ਦਿੱਤਾ ਕਿ ਮੈਂ ਪੂਰਬਲੇ ਭਾਗਾਂ ਕਰਕੇ ਇਸ ਘਰ ਵਿੱਚ ਮੇਰੀ ਸ਼ਾਦੀ ਹੋਈ, ਰਾਣੀ ਬਣ ਗਈ, ਹੁਕਮ ਚੱਲਦਾ ਸੀ, ਪਰ ਬੰਦਗੀ ਛੱਡ ਦਿੱਤੀ, ਅੱਗੋਂ ਜੋੜ ਨਹੀਂ ਬਣਿਆ। ਧਰੂਵ ਦੇ ਮਨ ਵਿੱਚ ਚੋਟ ਲੱਗ ਗਈ, ਸ਼ਕਤੀ ਉਹਦੇ ਕੋਲੋਂ ਖੁੱਸ ਗਈ। ਉਹਨੇ ਫੈਸਲਾ ਕਰ ਲਿਆ ਤੇ ਮਾਂ ਨੂੰ ਇੱਕ ਸਵਾਲ ਕਰਦਾ ਹੈ ਕਿ ਕਿਸ ਉਦਮ ਤੇ ਰਾਜ ਮਿਲਿਆ। ਇਹ ਜਿਹੜੀ ਪੰਕਤੀ ਹੈ ਇਹ ਦੱਸਦੀ ਹੈ ਕਿ ਧਰੂਵ ਦੇ ਮਨ ਵਿੱਚ ਇੱਕ ਇੱਛਾ ਸੀ
कि राज लेना है, शक्ति लेनी है। मां तो पूछया राज किवें मिलेगा, किस उद्यम ते राज मिलै, शत्रु ते सब होवन मीता। ते मां ने जवाब बहुत सुंदर दिता, कहन लगी परमेश्वर आराध्य जिदों होइए पतित पुनीता। बाहर चलिया करन तप मन बैरागी होए अतीता। शक्ति खुस गई, रात ਨੂੰ ਸੁੱਤੀ ਹੋਈ ਮਾਂ ਨੂੰ ਮੱਥਾ ਟੇਕਿਆ, ਜੰਗਲ ਵੱਲ ਤੁਰ ਗਿਆ ਬੰਦਗੀ ਕਰਨ ਵਾਸਤੇ। ਬੰਦਗੀ ਕਾਦੇ ਵਾਸਤੇ ਕਰਨੀ ਸੀ? ਸ਼ਕਤੀ ਵਾਸਤੇ, ਕਿ ਮੇਰੇ ਹੱਥਾਂ ਵਿੱਚ ਤਾਕਤ ਆਏਗੀ। ਤੁਰਿਆ ਤਾਂ ਸੀ। ਜਦੋਂ ਸਵੇਰੇ ਖੋਜ ਹੋਈ, ਪਿਤਾ ਨੇ ਪਤਾ ਕੀਤਾ ਧਰੂ ਕਿੱਥੇ ਹੈ, ਪਤਾ ਲੱਗਾ ਚਲਾ ਗਿਆ। ਖੋਜ ਕੀਤੀ ਗਈ ਫੌਜਾਂ ਵੱਲੋਂ, ਉਹਨਾਂ ਨੇ ਰੋਕ ਲਿਆ ਤਾਂ ਜਵਾਬ ਮਿਲਿਆ, ਰਾਜੇ ਨੇ ਪਿੱਛੋਂ ਸੁਨੇਹਾ ਭੇਜਿਆ ਵੀ ਤੂੰ ਵਾਪਸ ਆ ਜਾ, ਤੈਨੂੰ ਰਾਜ ਦੇ ਦਿੰਦੇ ਆ ਅੱਧਾ। ਇਹਦਾ ਮਤਲਬ ਸ਼ਕਤੀ ਲੈਣ ਵਾਸਤੇ ਜਾ ਰਿਹਾ ਸੀ, ਤਾਂ ਉਹ ਭਗਤੀ ਕਰਨ ਵਾਸਤੇ ਜਾ ਰਿਹਾ ਸੀ। ਹੁਣ ਇੱਕ ਹੋਰ ਉਹਦੇ ਮਨ ਵਿੱਚ ਚੋਟ ਲੱਗ ਗਈ ਧਰੂ ਦੇ। ਉਹਨੇ ਜਵਾਬ ਦਿੱਤਾ ਕਿ ਅਜੇ ਤਾਂ ਭਗਤੀ ਕਰਨ ਵਾਸਤੇ ਤੁਰਿਆ, ਅਜੇ ਕੀਤੀ ਨਹੀਂ। ਤਾਂ ਅੱਧੇ ਰਾਜ ਦੀ ਗੱਲ ਹੁਣੇ ਹੀ ਸ਼ੁਰੂ ਹੋ ਗਈ, ਤੇ ਜੇ ਮੈਂ ਕਰ ਲਈ ਫਿਰ ਪਤਾ ਨਹੀਂ ਕੀ ਮਿਲੇਗਾ, ਫਿਰ ਕਿੰਨੀ ਕੁ ਸ਼ਕਤੀ ਮਿਲ ਜਾਏਗੀ। ਫਿਰ ਉਹਨਾਂ ਨੇ ਬੰਦਗੀ ਕੀਤੀ, ਰਾਜ ਮਿਲਿਆ। ਮੈਂ ਸਿਰਫ ਇਹ ਉਦਾਹਰਨ ਤਾਂ ਵਰਤ ਰਿਹਾ ਕਿ ਕਈ ਤਰੀਕੇ ਨੇ ਜਪਣ ਦੇ, ਕੋਈ ਨਾ ਕੋਈ ਤਰੀਕਾ ਜ਼ਰੂਰ ਹੋਣਾ ਚਾਹੀਦਾ। ਬਿਨਾਂ ਕਾਰਨ ਤੋਂ ਦੋ ਚੀਜ਼ਾਂ ਹੁੰਦੀਆਂ ਨੇ, ਧਿਆਨ ਦਿਓ। ਇੱਕ ਕਾਰਨ ਹੁੰਦਾ, ਇੱਕ ਕਾਰਜ। ਜਿਹੜਾ ਕਾਰਜ ਦਾ ਅਰਥ ਹੈ ਕੰਮ, ਕਾਰਨ ਹੁੰਦਾ ਉਹ ਕਿਸ ਵਾਸਤੇ ਕੀਤਾ ਜਾ ਰਿਹਾ। ਜਿਸ ਕਾਰਜ ਦਾ, ਜਿਸ ਕੰਮ ਦਾ ਕੋਈ ਕਾਰਨ ਨਹੀਂ ਹੁੰਦਾ, ਉਹ ਕੰਮ ਹੁੰਦਾ ਹੀ ਨਹੀਂ ਅਸਲ ਵਿੱਚ। ਜਿਵੇਂ ਆਪਾਂ ਰੋਟੀ ਖਾਂਦੇ ਆ, ਉਹਦਾ ਕਾਰਨ ਹੈ ਕਿ ਭੁੱਖ ਲੱਗੀ ਹੋਈ, ਇਹ ਕਾਰਨ ਹੈ ਉਸ ਦਾ। ਜੇ ਭੁੱਖ ਨਹੀਂ ਲੱਗੀ, ਰੋਟੀ ਦੇ ਕੋਈ ਅਰਥ ਨਹੀਂ, ਆਦਮੀ ਖਾਏਗਾ ਹੀ ਨਹੀਂ। ਜੇ ਖਾਏਗਾ ਤੇ ਉਹਦਾ ਲਾਭ ਕੋਈ ਨਹੀਂ। ਜਿਵੇਂ ਪਿਆਸ ਲੱਗਦੀ, ਉਹਦਾ ਇੱਕ ਕਾਰਨ ਹੈ। ਪਾਣੀ ਪੀਨੇ, ਉਹਦਾ ਇੱਕ ਕਾਰਨ ਹੈ ਕਿ ਪਿਆਸ ਲੱਗੀ ਹੈ। ਕਾਰਨ ਤੇ ਕਾਰਜ ਦੋ ਚੀਜ਼ਾਂ ਨੇ। ਇਸੇ ਤਰ੍ਹਾਂ ਜੇ ਬਾਣੀ ਪੜ੍ਹਨੀ ਹੈ, ਨਾਮ ਜਪਣਾ, ਇਹ ਇੱਕ ਕਾਰਜ ਹੈ, ਇਹ ਇੱਕ ਕੰਮ ਹੈ, ਇੱਕ ਕਿਰਿਆ ਹੈ। ਪਰ ਇਸ ਕਾਰਜ ਦਾ ਇੱਕ ਕੋਈ ਕਾਰਨ ਹੋਣਾ ਚਾਹੀਦਾ ਵੀ ਆਪਾਂ ਕਾਹਦੇ ਵਾਸਤੇ ਜਪ ਰਹੇ ਹਾਂ, ਉਹ ਪਿੱਛੇ ਕੰਮ ਕਰਨਾ ਚਾਹੀਦਾ। ਜੇ ਕਾਰਨ ਕੋਈ ਨਹੀਂ, ਫਿਰ ਜਪਿਆ ਹੋਇਆ ਵਿਕਾਸ ਕੋਈ ਨਹੀਂ ਕਰਦਾ। ਜਪੀ ਜਾਂਦੇ ਆਪਾਂ, ਕਹੀ ਜਾਂਦੇ ਆ, ਬੋਲੀ ਜਾ ਰਹੇ। ਤਾਂ ਇਹ ਸਾਰੇ ਕਾਰਨ ਨੇ ਕਿ ਸ਼ਕਤੀ ਵਾਸਤੇ ਜਪਿਆ ਜਾ ਰਿਹਾ ਹੈ। ਉਹ ਠੀਕ ਹੈ, ਠੀਕ ਚੱਲ ਰਿਹਾ ਉਹ ਜਪਣਾ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਗਾਵੇ ਕੋ ਤਾਣ। ਕਈ ਲੋਕ ਉਹਨੂੰ ਤਾਣ ਵਾਸਤੇ ਗਾਉਂਦੇ ਨੇ। ਤਾਂ ਜਦੋਂ ਉਹਨੂੰ ਤਾਣ ਵਾਸਤੇ, ਸ਼ਕਤੀ ਵਾਸਤੇ ਗਾਉਂਦੇ ਨੇ, ਤਾਂ ਉਹਨਾਂ ਨੂੰ ਸ਼ਕਤੀ ਮਿਲ ਜਾਂਦੀ। ਹੋਵੇ ਕਿਸੇ ਤਾਣ, ਉਹਨਾਂ ਦੇ ਵਿੱਚ ਤਾਕਤ ਆ ਗਈ, ਉਹਨਾਂ ਦੇ ਵਿੱਚ ਸ਼ਕਤੀ ਆ ਗਈ। ਗਾਵੇ ਕੋ ਦਾਤ ਜਾਣੈ ਨਿਸ਼ਾਨ। ਕਈ ਉਹਨੂੰ ਦਾਤਾਂ ਵਾਸਤੇ ਗਾਉਂਦੇ ਨੇ ਵੀ ਇਹ ਚਾਹੀਦਾ, ਕੋਈ ਨਾ ਕੋਈ ਕਾਰਨ ਤਾਂ ਹੈ ਨਾ, ਉਹ ਦਾਤ ਮਿਲ ਜਾਂਦੀ ਉਹਨਾਂ ਨੂੰ। ਗਾਵੇ ਕੋ ਗੁਣ ਵਡਿਆਈਆਂ ਚਾਰ। ਕਈ ਉਹਦੇ ਗੁਣਾਂ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਨੇ, ਕਿਵੇਂ ਤੂੰ ਸੰਸਾਰ ਚਲਾ ਰਿਹਾ ਹੈ, ਕਿਵੇਂ ਦਿਨ ਚੜ੍ਹਦਾ ਹੈ, ਕਿਵੇਂ ਸੂਰਜ ਅਲੋਪ ਹੋ ਜਾਂਦਾ ਹੈ, ਇਹ ਉਹਦੇ ਗੁਣ ਨੇ। ਕਿਵੇਂ ਤੂੰ ਬੱਚੇ ਨੂੰ ਪੈਦਾ ਕਰਨਾ ਹੈ ਔਰ ਫਿਰ ਉਹਦਾ ਸਰੀਰ ਵੱਧਦਾ ਹੈ, ਆਦਮੀ ਦੇ ਅੰਦਰ ਸੋਚਣ ਸਮਝਣ ਦੀ ਸ਼ਕਤੀ ਭਰ ਦੇਣਾ। ਇਹਨਾਂ ਗੁਣਾਂ ਨੂੰ ਵੇਖ ਕੇ, ਉਹਦੇ ਕਾਰਨਾਮਿਆਂ ਨੂੰ ਵੇਖ ਕੇ ਕਈ ਭਗਤਾਂ ਦੇ ਮਨ ਵਿੱਚ ਭਗਤੀ ਕਰਨ ਦਾ ਕਾਰਨ ਬਣ ਜਾਂਦੇ ਨੇ। ਉਹ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਕੱਲੇ ਅਸੀਂ ਜਪ ਰਹੇ ਹਾਂ ਕਿ ਉਹਦੇ ਪਿੱਛੇ ਕੋਈ ਕਾਰਨ ਵੀ ਹੈ, ਕੁਝ ਵੇਖਿਆ ਵੀ ਹੈ, ਜਪੀ ਜਾ ਰਹੇ ਹਾਂ ਸਿੱਧਾ। ਤਾਂ ਬਾਣੀ ਦੇ ਵਿੱਚੋਂ ਇਹ ਸੋਝੀ ਮਿਲਦੀ ਹੈ ਕਿ ਉਹਦਾ ਕੋਈ ਕਾਰਨ ਹੋਵੇ ਜਪਣ ਦਾ, ਫਿਰ ਉਹ ਜਪਿਆ ਜਾਏ ਤੇ ਲਾਭ ਦੇਗਾ। ਗਾਵੇ ਕੋ ਗੁਣ ਵਡਿਆਈਆਂ ਚਾਰ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਗਾਵੇ ਕੋ ਸਾਜ ਕਰੇ ਤਨ ਖੇ। ਕਈਆਂ ਨੂੰ ਮੌਤ ਦਿਸ ਪਈ, ਉਹਨਾਂ ਨੇ ਮੌਤ ਦੇ ਡਰ ਤੋਂ ਗਾਇਆ, ਉਸ ਨੂੰ ਜਪਿਆ ਕਿ ਮੌਤ ਆ ਰਹੀ ਹੈ, ਨਾਲ ਦੇ ਚਲੇ ਗਏ, ਨਾਲ ਦਿਆਂ ਦੀ ਮੌਤ ਹੋ ਗਈ, ਮੇਰਾ ਵੀ ਸਰੀਰ ਨਾਸ਼ਮਾਨ ਹੈ। ਇਹ ਭਾਵਨਾ ਜਦੋਂ ਜਾਗ ਪਈ ਤਾਂ ਉਹਨਾਂ ਨੇ ਜਪਿਆ। ਉਹ ਵੀ ਇੱਕ ਕਾਰਨ ਸੀ, ਉਹ ਇੱਕ ਤਰੀਕਾ ਸੀ।
गावे को साज करे तनखे, गावे को जी लय फिर दे, गावे को जापै दिसै दूर, गावे को वेखै हादरा हदूर। कई इस भावना नाल गाउंदे ने कि वो मेरे बिल्कुल नेड़े है, कई इस भावना नाल गाउंदे ने कि वो मेरे तो बड़ी दूर है। एक कारण विच गा रहे हैं। गावे को वेखै हादरा हदूर, साहब कहंदे कथना कथी ना आवे टोट। कोई टोट नहीं आउंदी कि किन्नी तरह नाल किन्ने लोग तैनूं जप रहे ने, गा रहे ने। अनेक तरह दे ने संत समूह, अनेक मती के, कई तरीकिਆਂ वाले। कथ कथ कथी कोटि कोट कोट। इस ढंग दे नाल बेनती कर रहा सां कि कबीर जी नूं जदों सवाल कीता किसी ने किवें जपिया जाए, ते उन्होंने एक भगत दा नाम लिया और नाल प्रहलाद जी दा भी नाम लिया कि जिवें इन्हां ने जपिया तुसीं भी इस तरह जप के देख लो, कोई औखा काम नहीं। बड़ा सोहना जवाब दिता, सरल वचन कीते। राम जपो जी ऐसे ऐसे, ध्रुव प्रहलाद जपियो हर जैसे। जे तुसी जपना है तो इन्हां नूं तुसी आधार बना के जपो जिवें इन्हां ने जपिया। हुण इह वेखना पेगा उन्हां विच किहड़ी विशेषता सी। उम्र ते दोवां दी 5-5 साल है, प्रहलाद दी भी 5 साल उम्र है, ध्रुव जिहड़ा वो भी 5-6 साल दा है। कोई बहुती लंबी उम्र नहीं, वड्डी नहीं। तां इन्नी उम्र विच बंदा किहड़े आसन सिख सकदा है, इन्नी उम्र विच किहड़ियां जुगतियां सिख सकदा है। उन्हां दे विच किहड़ी जुगती है कि उम्र छोटी है, इरादे बहुत वड्डे ने, शरीर छोटे ने, हिम्मत बहुत वड्डी है। तां इह जिहड़ा तरीका दस्सिया कबीर जी ने, इहदे अंदर दर्शाया गया है कि हिम्मत होनी चाहिए जिसने इनू जपना है। बिना हिम्मत वाले तो जपिया होया थाए नहीं पैंदा। कुर्बानी का विषय है, कुर्बानी करन दा विषय है। जे बंदे विच मादा नहीं, हिम्मत नहीं, वो दाऽ ते नहीं ला सकता जिंदगी। छोटियां छोटियां चीज़ों के उत्ते हिसाब कलम कागज लैके बैठ जाता है, तो फिर वो इस राह ते कामयाब नहीं होगा, इस राह ते अगे नहीं बढ़ सकेगा। ਉਹਦੇ ਕੋਲ ਹਿੰਮਤ होनी चाहिए। जिवें ध्रुव छोटी उम्र का है, हिम्मत बड़ी वड्डी है। घर छड्ड दिता, त्याग दिता, मां सी, परवाह नहीं की, परत के पिछे वेखिया ही नहीं। इसलिए इस राह ते तुरन वालियां वास्ते कबीर जी ने एक वचन किया है। वो कहंदे कबीर साधु को मिलना जाइए, साथ ना लीजै कोई। इत्थे साधु दे अर्थ होणगे, जे तू गुरु दे मार्ग ते जा रहे हैं, जे तू साध संगत विचों कुछ लाभ लेना चाहुंदा है, ते अपने संग साथ की परवाह ना कर। संग साथ कदी नाल नहीं गया, नाल दे कदी नाल नहीं गए, सारे कदी नहीं तुरे। कोई भी बड़ा काम है जिहड़ा वो आदमी कल्ला ही चुनदा हुंदा है, सारे नहीं तुरदे, सारे साथ भी नहीं देंदे। जिन्हां दी बाणी दी विचार कर रहे हैं, गुरु अंगद देव सच्चे पातशाह जी जिदन गुरु नानक देव जी कोल गए सन, ते संग साथ जिहड़ा नाल दे लोग सारे इत्थे देवी दे दर्शन करन वास्ते जा रहे सन, नाल इह भी सन भाई लैणा जिवें। तां उन्हां ने कहा कि मैं इत्थे करतारपुर रात किते नेड़े डेरा कीता, तां नाल दियां नूं पुछया कि इत्थे गुरु नानक दा इत्थे अस्थान है, नानक तपा उदों लोग कहते सन। मैं मिलण वास्ते जाना चाहुंदा। नाल दियां ने घेर लिया, कहन लगे नहीं जाना चाहिए, तुहानूं नहीं जाना चाहिए। उन्होंने ते नाल दियां नूं कहा भी सारे चलीए, पर नाल दे जिहड़े ने उन्होंने रोकना शुरू कर दिता। अखीर नूं कल्ले तुर पए। हिम्मत सी बहुत वड्डी, नाल दियां नूं छड्ड के तुरना। इसलिए कबीर जी ने धार्मिक बंदे की एक रुचि बयान की है। कबीर साधु को मिलना जाइए, साथ ना लीजै कोय, पाछै पाँव ना दीजिए, आगे होए सो होए। ध्रुव दे अंदर इन्नी हिम्मत सी कि वह अगे तुरया तो पिछे परत के वेख्या नहीं, अगे बढ़ता गया। हुण उन्हें हिम्मत दे नाल बंदगी की, जीवन उच्चा चला गया, ताकत आ गई, शक्ति आ गई।
ਅੱਜ ਦਾ ਜਿਹੜਾ ਵਿਸ਼ਾ ਹੈ ਕਿ ਜਦੋਂ ਕੋਈ ਭਗਤੀ ਦੇ ਮਾਰਗ ਵਿੱਚ ਕਾਮਯਾਬ ਹੋ ਜਾਂਦਾ ਹੈ, ਭਗਤ ਬਣ ਜਾਂਦਾ ਹੈ, ਆਪਣੀ ਜ਼ਿੰਦਗੀ ਦੀ ਵਾਗ ਡੋਰ ਪਰਮਾਤਮਾ ਦੇ ਹੱਥਾਂ ਵਿੱਚ ਸੌਂਪ ਦਿੰਦਾ ਹੈ, ਫਿਰ ਉਹਨੂੰ ਆਪਣੀ ਰੱਖਿਆ ਆਪ ਨਹੀਂ ਕਰਨੀ ਪੈਂਦੀ। ਉਹਦੇ ਆਲੇ ਦੁਆਲੇ ਏਡਾ ਵੱਡਾ ਘੇਰਾ ਬਣ ਜਾਂਦਾ ਕੁਦਰਤ ਦਾ ਕਿ ਜਿਹੜਾ ਉਸ ਮਨੁੱਖ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਉਹ ਇੱਕ ਬੜੀ ਵੱਡੀ ਸ਼ਕਤੀ ਦੇ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹਦਾ ਆਲਾ ਦੁਆਲਾ ਜਿਹੜਾ ਹੈ ਬੜੀ ਵੱਡੀ ਤਾਕਤ ਸਿਕਿਉਰਿਟੀ ਨਾਲ ਭਰਿਆ ਜਾਂਦਾ ਹੈ। ਸਤਿਗੁਰੂ ਨੇ ਬਚਨ ਕੀਤੇ ਹਨ, ਹੁਕਮ ਪਿਆ ਧੁਰ ਖਸਮ ਕਾ ਅਤੀ ਹੂੰ ਧੱਕਾ ਖਾਏ। ਜਿਹੜਾ ਵਿਅਕਤੀ ਭਗਤ ਜਨਾਂ ਦੇ ਨਾਲ ਅਤ ਕਰਦਾ ਹੈ, ਭਾਵ ਉਹਨਾਂ ਨੂੰ ਦੁਖੀ ਕਰਨਾ ਚਾਹੁੰਦਾ ਹੈ, ਉਹਦਾ ਜੀਵਨ ਪਰਮਾਤਮਾ ਵੱਲੋਂ ਧੱਕਿਆ ਜਾਂਦਾ ਹੈ, ਉਹਦਾ ਜੀਵਨ ਭ੍ਰਸ਼ਟ ਹੋ ਜਾਂਦਾ ਹੈ। ਖਾਸ ਕਰਕੇ ਸੁਖਮਣੀ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਜੀ ਨੇ ਇਸ ਪੱਖ ਵਿੱਚ ਬਚਨ ਕਹੇ ਨੇ। ਮੈਂ ਥੋੜੇ ਜਿਹਾ ਸਾਂਝੇ ਕਰ ਦਿਆਂ। ਇੱਕ ਪੰਕਤੀ, ਇੱਕ ਅਸ਼ਟਪਦੀ ਸਾਰੀ ਦੀ ਸਾਰੀ ਇਹਦੇ ਉੱਤੇ ਉਚਾਰਨ ਕਰ ਦਿੱਤੇ, ਕਿਉਂਕਿ ਇਸ ਤਰ੍ਹਾਂ ਹੁੰਦਾ ਰਿਹਾ। ਸੰਤ ਕੇ ਨਿੰਦਕ ਦੀ ਗੱਲ ਚੱਲਦੀ ਹੈ। ਸੰਤ ਕਾ ਨਿੰਦਕ ਮਹਾ ਅਤ ਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ। ਇਹ ਸਾਰੇ ਦੋਸ਼ ਉਹਦੇ ਉੱਤੇ ਲਾਗੂ ਹੋ ਗਏ ਜਿਨਨੇ ਇੱਕ ਨਾਮੀ ਪੁਰਖ ਦੇ ਨਾਲ ਅੜਨਾ ਸ਼ੁਰੂ ਕਰ ਦਿੱਤਾ, ਉਹਦੇ ਨਾਲ ਖਹਿਣਾ ਸ਼ੁਰੂ ਕਰ ਦਿੱਤਾ। ਇਹ ਪੰਕਤੀਆਂ ਵਿੱਚ ਤਾਂ ਆਈਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਇਹ ਕੋਈ ਕਿਸੇ ਨੂੰ ਡਰਾਉਣ ਵਾਸਤੇ ਨਹੀਂ, ਪੂਜਾ ਕਰਾਉਣ ਵਾਸਤੇ ਨਹੀਂ ਹੈ, ਸੰਸਾਰ ਦੇ ਉੱਤੇ ਪ੍ਰਭਾਵ ਪਾਉਣ ਵਾਸਤੇ ਨਹੀਂ ਕਿ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਤੋਂ ਬਚ ਕੇ ਰਹਿਣਾ, ਉਹ ਤੁਹਾਨੂੰ ਸ਼ਰਾਪ ਦੇ ਦੇਣਗੇ, ਇਸ ਵਾਸਤੇ ਨਹੀਂ ਬਾਣੀ। ਇਹ ਸੰਸਾਰ ਦੇ ਲਾਭ ਵਾਸਤੇ ਹੈ ਕਿ ਕਿਤੇ ਭੁਲੇਖੇ ਵਿੱਚ ਆ ਕੇ ਕੋਈ ਨਾਮੀ ਪੁਰਖਾਂ ਦੇ ਨਾਲ ਅੜਨਾ ਨਾ ਸ਼ੁਰੂ ਕਰਦਾ ਹੈ। ਬੜਾ ਵੱਡਾ ਜ਼ਿੰਦਗੀ ਦੇ ਵਿੱਚ ਵਿਰੋਧ ਹੋ ਸਕਦਾ ਹੈ, ਧੋਖਾ ਹੋ ਸਕਦਾ ਹੈ, ਜ਼ਿੰਦਗੀ ਬਰਬਾਦ ਹੋ ਸਕਦੀ ਹੈ। ਬਚਨ ਕੀਤੇ ਸੰਤ ਕਾ ਨਿੰਦਕ ਮਹਾ ਅਤ ਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ। ਉਹਦੇ ਜੀਵਨ ਵਿੱਚੋਂ ਟਿਕਾਵ ਜਿਹੜਾ ਅਲੋਪ ਹੋ ਜਾਂਦਾ ਹੈ। ਸੰਤ ਕਾ ਨਿੰਦਕ ਮਹਾ ਹਥਿਆਰਾ, ਇੱਕ ਹਥਿਆਰਾ ਹੁੰਦਾ ਹੈ, ਇੱਕ ਮਹਾ ਹਥਿਆਰਾ ਹੁੰਦਾ ਹੈ। ਕਿਉਂਕਿ ਇੱਕ ਬਾਹਰ ਦੀ ਹੱਤਿਆ ਹੈ, ਇੱਕ ਜੁੜੇ ਹੋਏ ਨੂੰ ਉਖੇੜਨ ਦਾ ਯਤਨ ਕਰਨਾ, ਤੋੜਨ ਦਾ ਯਤਨ ਕਰਨਾ, ਇਹ ਮਹਾ ਹੱਤਿਆ ਹੈ। ਇੱਕ ਹੱਤਿਆ ਹੈ ਨਾ ਸਿੱਧੀ ਸਰੀਰ ਦੀ, ਸਰੀਰ ਨੂੰ ਮਾਰਨਾ ਹੱਤਿਆ ਵਿੱਚ ਆ ਜਾਂਦਾ ਹੈ, ਪਰ ਇੱਕ ਮਹਾ ਹੱਤਿਆ ਹੈ। ਮਹਾ ਹੱਤਿਆ ਦੇ ਅਰਥ ਨੇ ਸਰੀਰ ਨੂੰ ਨਾ ਮਾਰਨਾ, ਜੁੜੇ ਹੋਏ ਨੂੰ ਤੋੜਨ ਦਾ ਯਤਨ ਕਰਨਾ, ਉਹਦੇ ਵਿੱਚ ਸਹਾਇਤਾ ਨਾ ਕਰਨੀ। ਇਸ ਕਰਕੇ ਸਭ ਤੋਂ ਵੱਡਾ ਪੁੰਨ ਕੀ ਹੈ? ਜੇ ਕੋਈ ਜੁੜਨ ਲੱਗਾ ਹੈ ਤੇ ਉਹਦੇ ਵਿੱਚ ਸਹਾਇਤਾ ਕਰਨੀ, ਉਹਦਾ ਸਹਾਰਾ ਬਣ ਜਾਣਾ। ਘਰ ਦੇ ਵਿੱਚ ਜੇ ਕੋਈ ਜੁੜਿਆ ਹੈ, ਬਾਣੀ ਪੜਨ ਲੱਗਾ ਹੈ, ਉਹਦੀ ਸਹਾਇਤਾ ਕਰਨੀ, ਇਹ ਵੀ ਇੱਕ ਸੇਵਾ ਹੈ। ਤੁਸੀਂ ਵੇਖੋਗੇ ਕਈ ਵਾਰੀ ਅਣਜਾਣੇ ਵਿੱਚ ਬੰਦਾ ਬਹੁਤ ਗਲਤੀਆਂ ਕਰਦਾ ਹੈ। ਘਰ ਦੇ ਵਿੱਚ ਜੇ ਕੋਈ ਮੈਂਬਰ ਬਾਣੀ ਪੜਨ ਵਾਲਾ ਹੈ, ਨਿਤਨੇਮ ਕਰਨ ਵਾਲਾ ਹੈ, ਤਾਂ ਉਹਦੀ ਸਹੂਲਤ ਵਾਸਤੇ ਜੇ ਤੁਸੀਂ ਕੰਮ ਕਰਦੇ ਹੋ ਵੀ ਇਹ ਹੋਰ ਜੁੜ ਜਾਏ, ਇਹ ਬਾਣੀ ਪੜਦਾ ਹੈ ਤੇ ਇਹ ਪਰੇਸ਼ਾਨ ਨਾ ਹੋਵੇ, ਇਹਦੇ ਕੋਲ ਕੋਈ ਆਵਾਜ਼ ਨਾ ਆਵੇ, ਇਹ ਗੁਰੂ ਕੀ ਸੇਵਾ ਹੈ, ਇਹ ਗੁਰੂ ਦੀ ਸੇਵਾ ਵਿੱਚ ਆ ਜਾਂਦਾ ਹੈ। ਪਰ ਜੇ ਸਾਡੇ ਘਰ ਵਿੱਚ ਕੋਈ ਬਾਣੀ ਪੜਦਾ ਮੈਂਬਰ ਤੇ ਅਸੀਂ ਉਹਦੀ ਕੋਈ ਪਰਵਾਹ ਨਹੀਂ ਕਰਦੇ, ਕੋਲ ਰੌਲਾ ਪਾਉਂਦੇ ਆ, ਟੀਵੀ ਲਾ ਦਿੰਦੇ ਆ, ਗੱਲਾਂ ਬਾਤਾਂ ਕਰਨੇ ਆ, ਜਾਂ ਉਹਨੂੰ ਉਖੇੜਨ ਦਾ ਯਤਨ ਕਰਨੇ ਆ, ਇਹਦੇ ਤੋਂ ਵੱਡਾ ਹੋਰ ਪਾਪ ਕੋਈ ਨਹੀਂ ਹੈ। ਇਹ ਆਪਣੀ ਜ਼ਿੰਦਗੀ ਵਿੱਚ ਕੰਡੇ ਬੀਜਣ ਦੇ ਬਰਾਬਰ ਹੈ। ਜੁੜੇ ਨੂੰ ਜੁੜਨ ਦੇ ਵਿੱਚ ਰੁਕਾਵਟ ਬਣਨਾ, ਇਹਦੇ ਤੋਂ ਵੱਡਾ ਪਾਪ ਕੋਈ ਨਹੀਂ। ਤੇ ਜੇ ਕੋਈ ਜੁੜਨ ਲੱਗਾ ਤੇ ਉਹਦੇ ਵਿੱਚ ਸਹਾਇਤਾ ਕਰਨੀ, ਇਹਦੇ ਤੋਂ ਵੱਡਾ ਪੁੰਨ ਕੋਈ ਨਹੀਂ ਹੈ। ਜੋੜਨਾ ਸਭ ਤੋਂ ਵੱਡਾ ਪੁੰਨ ਹੈ। ਬੜੀ ਤਰ੍ਹਾਂ ਦੇ ਦਾਨ ਨੇ, ਬੜੀ ਤਰ੍ਹਾਂ ਦੀ ਸੇਵਾ ਹੈ, ਖਿਆਲ ਰੱਖਣਾ। ਕਈ ਵਾਰੀ ਬੰਦਾ ਸੇਵਾ ਨੂੰ ਤੋਲਣ ਲੱਗ ਪੈਂਦਾ ਹੈ, ਸੇਵਾ ਕਿਹੜੀ ਹੈ। ਜਿੰਨਾ ਕਿਸੇ ਦਾ ਦਾਇਰਾ ਹੈ ਉਹ ਉਹਨੂੰ ਹੀ ਸੇਵਾ ਸਮਝ ਲੈਂਦਾ ਹੈ। ਸੇਵਾ ਕਈ ਪ੍ਰਕਾਰ ਦੀ, ਅਨੇਕ ਭਾਂਤ ਕਰ ਸੇਵਾ ਕਰੀਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੇਵਾ ਅਨੇਕ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ।
किन्नी तरह की सेवा है? भांडियां की सेवा है, लंगर वरताउण की सेवा है, झाड़ू फेरन की सेवा है, ये तपड़ झाड़न की सेवा कही गई है, बालन की सेवा बहुत प्रकार की है। पर ਇਹਦੇ ਵਿੱਚੋਂ एक सेवा ये भी है कि किसी शरीर ਨੂੰ गुरबाणी ਦੇ ਨਾਲ जोड़ना, एक ये सेवा ਵਿੱਚ ਆਉਂਦਾ है। भाई गुरदास जी ने लिखा है कि जैसे सत मंदिर कंचन के उसार दीने, तैसा पुण्य सिख को एक शब्द सिखाए का। जोड़न का कितना बड़ा पुण्य है। इस करके सेवा का अपनी का हंकार नहीं करना चाहिए भी मैं किहड़ी सेवा कर रहा, की पता वो सेवा प्रवान भी है कि नहीं। सेवा उस दिन प्रवान होगी जिदन अगों गुरु ने कह दिता भी तेरी सेवा अज प्रवान होगी। जे गुरु ने ना कर दी वो काम ही रह जाना, जिवें दिहाड़ी ते करने आपां। घर विच किन्ने भांडे मांजी दे ने, घर विच किन्ने साल लंगर पकाया है, कि वो सेवा विच आया है? सेवा विच नहीं आ सकता वो, क्योंकि वो गुरु नूं प्रवान नहीं होया। हजूर ने इस करके बचन कीते ने, सा सेवा कीती सफल है, जित सतगुर का मन मन्ने। जे गुरु दा मन नहीं मन्निया ते कीती हुई सेवा प्रवान नहीं है। किसे नूं तोड़ के, किसे नूं दुखी करके कोई आदमी सेवा भी करदा है, वो सेवा प्रवान नहीं है, वो सेवा नूं थां नहीं है। मैं छोटी जी घटना तुहाडे नाल साझी कर दियां। कलगीधर पातशाह दे जीवन विच एक बड़ी वड्डी दया नाल संबंधित घटना वापरी सी। धर्म दे असली अंग उहदे विच दसे गए सन। जदों एक पति पत्नी ने एक पत्थर की सेवा करदियां करदियां जिउंदे बंदे नूं पानी पिआउण तो ना कर दिते, प्रवान नहीं किया उसनूं रब ने। एक पत्थर नूं इशनान कराउण दा पानी लैके जा रहे ने, उन्हां दा धर्म सी, उन्हां दी आस्था सी कि आनंदपुर साहिब दे कोल एक पिंड विच एक पति पत्नी हर रोज़ उन्हां दा कर्म सी, कारज सी कि दरिया विचों पानी भरना, मंदिर विच लैके जाना ते ठाकुर दा इशनान कराउणा। बंदगी वाले सन, भगती करदे सन, ये उन्हां दा कर्म सी, नियम सी। पानी भरना ते रोज़ इशनान कराउणा ते समा भी जिहड़ा अमृत वेले दा सूरज चढ़न तो पहला उत्थे ही एक अकाल दा पुजारी, शब्द दा पुजारी, नाम नाल जुड़िया होया गुरु गोबिंद सिंह जी दा सिंह रहिंदा है। ये भी सवेरे बाहर नूं निकलिया ते उत्थे कुछ ऐसे लोग सन जिहड़े पिंड विच चोरी करन वास्ते, डाका मारन वास्ते आए सन। यदि उन्हां दे नाल टक्कर हो गई, दोवां पासियों तलवारां चलियां, ये जख्मी हो गया, डिग पिया। वो दौड़ गया, ये डिगा होया जख्मी हालत विच। उधरों पानी भर के आ रहे ने दोवें पति पत्नी जिहड़े हर रोज़ ठाकुर नूं इशनान कराउंदे सी। मैं गल सिर्फ इन्नी कर रहा, सेवा वो है जिहड़ी किसी नूं सुख देंदी है। सेवा वो प्रवान नहीं, वो कम बन जाएगी। ये दोवें पानी भर के लिया रहे ने ते वो किनारे ते सिख डिगा होया है। जदों कोलों लंघे उन्हें आवाज़ दी कोई लंघ रहा है, पानी पियाओ। जख्मी सी, तलवारां लगियां सन, फट लगे हुए सन। जदों पानी पानी की आवाज़ आई तो वो पति पत्नी सन जिन्हां दा नाम इतिहास ने लिखा सोहना ते मोहना। पत्नी दे मन विच दया आ गई, नेड़े आ गई, उन्हें कहा इहनूं पानी पिया दईए। पर जिहड़ा उहदा पति है वो बहुता कट्टड़वादी सी, बहुत ही मर्यादा विच बझा होया सी। उन्हें कहा जे इहनूं पानी पिया दिता, पानी जूठा हो जाएगा, मर्यादा भंग हो जाएगी। एक पासे जिउंदा आदमी पिया होया है, एक पासे उहदी मर्यादा है। दोवां विच किन्ना चिर गल चलदी रही। अखीर नूं इह फैसला कीता उन्हां ने भी इहनूं पानी नहीं पियाउणा, क्योंकि सारी मर्यादा, सारा विधि विधान टुट जाएगा, पानी जूठा हो जाएगा। उस सिख ने फिर पानी मंगिया, फिर पानी क्या, इन्हां ने जवाब दे दिता। जख्म ज्यादे सन,
उस कमाई वाले दे मूँह तो एक बचन निकलिया, जाओ जिन्नू मर्जी इशनान करा लो, दर्शन नहीं जे देने उसने, जिथे मर्जी चले जाओ। इन्ना कह के उस सिख ने शरीर छड़ दिता, भौर उड़ारी मार गया। मंदिर विच गए, वो पानी लैके अगे किया ते उहदे आकाश विचों मंदिर विचों आवाज़ आउंदी, उस सिख दी, दर्शन नहीं देन लगा, दर्शन नहीं देगा तुहानू। ये आवाज़ उन्हां दे कन्नां विच गूंजदी है। उतों घबरा के बाहर आए, घर गए तो घर विचों आवाज़ आ रही, दर्शन नहीं देगा। जदों पूजा करन लगदे ने, उस सिख दी आवाज़ फिर कन्नां विच गूंज जाती है, क्योंकि एक साध बचन अटलादा, जिहड़ा नाम जपण वाला मनुख हुंदा है। बचन ते असीं भी बड़े बोलने आ, सारा दिन मनुख बोलदा है, मूँह विचों असीं बड़ी हवा कढदे आ, पर ये सारे पानी बन जाते हैं। इन्हां शब्दां दा कोई अर्थ नहीं। कुछ लोग ऐसे ने जिन्हां दे शब्द मनां दे उत्ते टिक जाते हैं, वो कदी खत्म नहीं होंदे, नाश नहीं होंदे। ये शब्द जिंदा हो गए उस साधु दे, उस सिख दे, कि दर्शन नहीं देगा, जो मर्जी कर लो। ये शब्द जिउंदे हो के उन्होंने वार वार घेरते हैं। अखीर नूं तंग हो के किसी ने कहा भी जे तुसां टिकना है तो गुरु गोबिंद सिंह नूं बेनती करो जाके, ये सिख उन्हां दा सी ते कमाई वाला सी, वो बख्श सकते हैं, वो तुहाडी जिंदगी दा उधार कर सकते हैं। पर जदों आनंदपुर साहिब गए ना, गुरु गोबिंद सिंह महाराज जी ने पहरेदारां नूं पहले ही कह दिता भी बाहर दो शरीर आए ने, पति पत्नी, उन्होंने रोक दो, मेरे सामने नहीं आना, क्योंकि मैं उन्होंने दर्शन नहीं देने। जवाब दे दिता। ये है गुरमुख की निशानी। गुरु भी उसनूं पुछ के तुरदा है, सच ये है। सिख किनू कहंदे ने? भगत कौन है? इन्नी उहदे कोल बरकत आ गई कि गुरु नूं भी पुछना पिया फैसला लैण वास्ते, उहदी सलाह लैनी पई। इन्नी नेड़ता, इन्नी नज़दीकता। सिੱਖੀ ਦਾ स्वाद ही उदों आउंदा है जदों गुरु सिख दी बोलण तो बिना गल बुझ के वो पूरी करदा है। सिੱਖੀ ਦਾ स्वाद उदों आउंदा है। सिख नूं किते जरूरत होवे, किते लोड़ होवे ते आदत होवे भी कहना ही नहीं गुरु नूं, कोई शरीर की भी लोड़ पै जाए। कई बारी वापरदा कई गुरमुखां दे नाल, शरीर की लोड़ पै गई, कोई चितवनी कर ले भी आह चीज़ है तो बड़ी वधिया, किसी की वेख के छोटी मोटी चीज़ भी ये चंगी बहुत लगती है, पता उदों ही लगा जदों सामने आके किसी ने रख दी। एक दियां बरकतां ने, ये गुरु का ही काम है कि वह सिख दे बिल्कुल नेड़े हो के वरतदा है। और ये बचन सच प्रतीत होने लग पैंदे कि सेवक को निकटी होए दिखावा है। निकटी होके दिखाउण दा की मतलब है? हुण उहदा शरीर तो कोई है नहीं, वो की विखाउंदा है कि इधरों चितविया नहीं, जो जो कहे ठाकुर पै सेवक तत्काल होए आवे, उस वेले होण लग पैंदा है। हाँ, इस दशा नूं रोकना सिख दा एक जरूरी काम है कि वह बहुती चितवनी ना करे, बहुता चाहे ना, क्योंकि वापरन लग पैंदा उस वेले घटदा है, उस वेले हुंदा है। ਇਹਦੀ ਵਰਤੋਂ जिन्नी घट करेगा उन्ना अगे जल्दी निकल जाएगा। जे इत्थे फस गया भी मैं सोचा सी ये मिल गया जी, ये सोचा सी ये मिल गया, बस फिर मिट्टी इकट्ठी करनी शुरू कर दी। बस फिर लोगों ने झुकना शुरू कर दिता, आला दुआला बहुत वड्डा हो गया, लोग इकट्ठे हो गए, संसार दीयां चीज़ां आउणियां शुरू हो गई, पर अंदर दी गल गुआचनी शुरू हो गई। ये बड़ा इनू कहंदे कि मार्ग खंडे धार। इत्थे बहुत चीज़ां नूं तां ही ते कहा भी गुरु दे नाल रहो, भरथर गुण उचरै सदा गुर संग रहन। तो गुरु नाल रहन दा मतलब की? क्योंकि बंदे नूं समझ नहीं आउंदी है की हो रहा है,
ਕੀ ਵਾਪਰ ਰਿਹਾ ਹੈ ਪਤਾ ਨਹੀਂ ਲੱਗਦਾ। ਸੇਵਕ ਕੋ ਨਿਕਟੀ ਹੋਏ ਦਿਖਾਵੇ। ਜਦੋਂ ਇਹ ਦੋਵੇਂ ਆਨੰਦਪੁਰ ਸਾਹਿਬ ਆਏ, ਸਤਿਗੁਰੂ ਨੇ ਜਵਾਬ ਦੇ ਦਿੱਤਾ। ਕਹਿਣ ਲੱਗੇ ਮੇਰੇ ਸਿੱਖ ਨੇ ਕਿਹਾ ਵੀ ਦਰਸ਼ਨ ਨਹੀਂ ਦੇਣ ਲੱਗਾ, ਮੈਂ ਦਰਸ਼ਨ ਨਹੀਂ ਦੇ ਸਕਦਾ। ਮੇਰੀ ਬਾਂਦੀ ਭਗਤ ਛੁਡਾਵੇ। ਇਹ ਭਗਤ ਜੀ ਦੇ ਬਚਨ ਨੇ। ਪਰਮਾਤਮਾ ਕਹਿੰਦਾ ਹੈ ਕਿ ਜਿਹੜੀ ਚੀਜ਼ ਨੂੰ ਮੈਂ ਬੰਨ੍ਹ ਦਿਆਂ, ਕਿਸੇ ਬੰਦੇ ਨੂੰ ਬੰਨ੍ਹ ਦਿੱਤਾ, ਭਗਤ ਉਹਨੂੰ ਛੁਡਾ ਸਕਦਾ। ਜੇ ਉਹਨੇ ਆ ਕੇ ਕਹਿ ਦਿੱਤਾ ਛੱਡ ਦਿਓ, ਮੈਨੂੰ ਛੱਡਣਾ ਪਏਗਾ। ਮੇਰੀ ਬਾਂਦੀ ਭਗਤ ਛੁਡਾਵੇ। ਬੰਧ ਹੈ ਭਗਤ ਨਾ ਛੂਟੈ ਮੋਹੇ। ਜੇ ਭਗਤ ਨੇ ਬੰਨ੍ਹ ਦਿੱਤਾ ਫਿਰ ਕਹਿੰਦੇ ਮੈਂ ਨਹੀਂ ਛੁਡਾ ਸਕਦਾ। ਇਹ ਸੱਚ ਹੈ, ਸਚਾਈ ਹੈ। ਉਹਨੂੰ ਕੋਈ ਨਹੀਂ ਛੁਡਾ ਸਕਦਾ ਜਿਹਨੂੰ ਭਗਤ ਨੇ ਬੰਨ੍ਹ ਦਿੱਤਾ। ਬੰਧ ਹੈ ਭਗਤ ਨਾ ਛੂਟੈ ਮੋਹੇ। ਇਹ ਬੜਾ ਨਜ਼ਦੀਕ ਦਾ ਸੰਬੰਧ ਹੈ, ਬੜਾ ਨੇੜਲਾ। ਵੈਸੇ ਚਲੋ ਭੇਖ ਹੈ ਕਿ ਬੰਦਗੀ ਕਰਨ ਵਾਲੇ ਇਸ ਧਰਤੀ ਤੇ ਸਦਾ ਰਹਿੰਦੇ ਨੇ। ਅੱਜ ਕੱਲ੍ਹ ਦੇ ਦਿਨਾਂ ਵਿੱਚ ਚਲੋ ਭੇਖ ਵੀ ਬੜਾ ਹੈ ਤੇ ਨਿੰਦਕ ਵੀ ਬੜੇ ਨੇ। ਕਈ ਤਾਂ ਕਹਿੰਦੇ ਕੋਈ ਸਾਧੂ ਹੁੰਦਾ ਹੀ ਨਹੀਂ, ਬ੍ਰਹਮ ਗਿਆਨੀ ਹੈ ਹੀ ਕੋਈ ਨਹੀਂ ਹੈ। ਪਰ ਇੱਕ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਕੋਈ ਫਕੀਰ ਸੀ, ਉਹਦੇ ਕੋਲ ਇੱਕ ਸ਼ਾਗਿਰਦ ਉਹਦਾ ਆਇਆ। ਉਹਨੇ ਵੀ ਇਹ ਸਵਾਲ ਕਿਹਾ ਕਿ ਰੱਬ ਵੱਡਾ ਹੈ ਕਿ ਉਹਦਾ ਫਕੀਰ, ਉਹਦਾ ਆਸ਼ਿਕ ਭਗਤ ਵੱਡਾ ਹੈ। ਸਵਾਲ ਬਹੁਤ ਵੱਡਾ ਸੀ, ਕਿਉਂਕਿ ਹੈ ਤਾਂ ਪਰਮਾਤਮਾ ਹੀ ਵੱਡਾ। ਪਰ ਪਰਮਾਤਮਾ ਦੀ ਜਿਹੜੀ ਉਹਦੇ ਨਾਲ ਸੰਬੰਧ ਜੋੜਨਾ ਹੈ, ਉਹਦੇ ਵਾਸਤੇ ਸਾਧ ਸੰਗਤ ਤੋਂ ਬਿਨਾਂ ਕੋਈ ਰਾਹ ਨਹੀਂ। ਉਸ ਮੁਰੀਦ ਨੇ ਬੜਾ ਵੱਡਾ ਸਵਾਲ ਕਰ ਦਿੱਤਾ, ਮੈਨੂੰ ਦੱਸੋ ਰੱਬ ਵੱਡਾ ਹੈ ਕਿ ਰੱਬ ਦਾ ਫਕੀਰ, ਉਹਨੂੰ ਪਿਆਰ ਕਰਨ ਵਾਲਾ? ਸਵਾਲ ਬੜਾ ਵੱਡਾ ਸੀ। ਉਹ ਜਵਾਬ ਨਾ ਦੇ ਸਕਿਆ ਤੇ ਮੁਰੀਦ ਨੇ ਤਿਆਰੀ ਕਰ ਲਈ, ਆਪਣਾ ਬੈਗ ਚੁੱਕ ਲਿਆ ਵੀ ਇਹਦੇ ਕੋਲ ਤੇ ਜਵਾਬ ਹੀ ਨਹੀਂ ਹੈ। ਉਹਨੇ ਬਾਂਹ ਫੜ ਲਈ, ਕੁਝ ਦਿਨ ਰੁਕ ਜਾ। ਕਹਿੰਦਾ ਮੈਨੂੰ ਜਵਾਬ ਦਿਓ, ਜੇ ਜਵਾਬ ਨਹੀਂ ਦਿੰਦੇ ਤੇ ਮੈਂ ਚਲਾ ਜਾਵਾਂਗਾ। ਉਹਨੇ ਕਿਹਾ ਵੀ ਜੇ ਮੈਂ ਜਵਾਬ ਦੇ ਦਿੱਤਾ ਤੇ ਗਲਤੀ ਹੋ ਜਾਏਗੀ। ਜੇ ਮੈਂ ਕਹਿ ਦਿੱਤਾ ਰੱਬ ਵੱਡਾ ਹੈ ਤੇ ਫਕੀਰ ਛੋਟਾ ਹੈ, ਪੂਰਾ ਠੀਕ ਨਹੀਂ ਹੋਵੇਗਾ। ਤੇ ਜੇ ਮੈਂ ਕਹਿ ਦਿੱਤਾ ਫਕੀਰ ਵੱਡਾ ਰੱਬ ਛੋਟਾ, ਹੋਰ ਗਲਤੀ ਹੋ ਗਈ। ਇਸ ਲਈ ਥੋੜੇ ਦਿਨ ਤੈਨੂੰ ਰੁਕਣਾ ਪਏਗਾ। ਥੋੜੇ ਦਿਨ, ਕੁਝ ਦਿਨ ਰੁਕਿਆ। ਬਾਹਰਲੇ ਪਾਸੇ ਪਿੰਡ ਦੇ ਰਹਿੰਦੇ ਸਨ, ਕੁਟੀਆ ਵਿੱਚ। ਤੇ ਸ਼ਾਮ ਨੂੰ ਨਗਰ ਵਿੱਚ ਜਾ ਕੇ ਰੋਟੀ ਮੰਗ ਕੇ ਲਿਆਉਣੀ ਪੈਂਦੀ ਸੀ। ਕੁਝ ਘਰ ਸਨ, ਮੰਗ ਕੇ ਲਿਆਉਂਦੇ ਸਨ ਪ੍ਰਸ਼ਾਦਾ। ਉਹ ਫਕੀਰ ਆਪ ਵੀ ਜਾਂਦਾ ਸੀ, ਇਹਨੂੰ ਵੀ ਨਾਲ ਲੈ ਗਿਆ। ਘਰਾਂ ਦੇ ਵਿੱਚੋਂ ਪ੍ਰਸ਼ਾਦੇ ਮੰਗੇ। ਇੱਕ ਦੋ ਦਿਨ ਸਮਝਾਉਣਾ ਸੀ ਉਸ ਗੱਲ ਨੂੰ। ਇੱਕ ਦਿਨ ਉਹ ਫਕੀਰ ਉਸ ਸ਼ਾਗਿਰਦ ਨੂੰ, ਉਸ ਮੁਰੀਦ ਨੂੰ ਕਹਿੰਦਾ ਵੀ ਉਹ ਜਿਹੜਾ ਸਾਹਮਣੇ ਵਾਲਾ ਗੇਟ, ਕਿਉਂਕਿ ਉੱਥੇ ਕਦੀ ਭੀਖ ਮੰਗਣ ਨਹੀਂ ਸਣ ਗਏ। ਮੁਰੀਦ ਨੇ ਵੀ ਸਵਾਲ ਕਰ ਦਿੱਤਾ ਵੀ ਇਸ ਵੱਡੇ ਗੇਟ ਵੱਲ ਤੁਸੀਂ ਕਿਉਂ ਨਹੀਂ ਜਾਂਦੇ? ਸਾਰਿਆਂ ਵੱਲੋਂ ਪ੍ਰਸ਼ਾਦਾ ਮੰਗ ਲੈਂਦੇ ਹੋ, ਇੱਧਰ ਕਿਉਂ ਨਹੀਂ ਜਾਂਦੇ? ਕੀ ਕਾਰਨ ਹੈ? ਉਹਨੇ ਕਿਹਾ ਵੀ ਮੈਂ ਤੇ ਜਾਂਦਾ ਨਹੀਂ, ਜੇ ਤੈਨੂੰ ਮਿਲਦੀ ਭੀਖ ਤੇ ਜਾ ਕੇ ਵੇਖ ਲੈ, ਮੈਨੂੰ ਤਾਂ ਦਿੰਦੇ ਨਹੀਂ। ਉਹ ਮੁਰੀਦ ਨੂੰ ਭੇਜਿਆ। ਜਦੋਂ ਦਰਵਾਜ਼ੇ ਤੇ ਗਿਆ, ਅੰਦਰ ਜਿਹੜੀ ਬੀਬੀ ਸੀ ਉਹ ਬੜੀ ਕੁਰਖਤ ਸੀ। ਜਦੋਂ ਅਲਖ ਜਗਾਈ, ਪ੍ਰਸ਼ਾਦਾ ਮੰਗਿਆ, ਅੰਦਰੋਂ ਆ ਗਈ। ਝਗੜਾਲੂ ਸੁਭਾਅ ਸੀ, ਗੁੱਸੇ ਵਾਲਾ ਸੁਭਾਅ ਸੀ। ਬੋਲਣਾ ਸ਼ੁਰੂ ਕਰ ਦਿੱਤਾ, ਤੁਸੀਂ ਵਿਹਲੇ ਲੋਕ ਹੋ, ਪ੍ਰਸ਼ਾਦੇ ਮੰਗ ਕੇ ਖਾਂਦੇ ਹੋ, ਕੰਮ ਕਰਿਆ ਕਰੋ। ਉਹ ਨਵਾਂ ਬੰਦਾ ਸੀ ਮੰਗਣ ਵਾਲਾ, ਬੜਾ ਡਰ ਗਿਆ ਵੀ ਇਹ ਤਾਂ ਬਹੁਤ ਪਿੱਛੇ ਨੂੰ ਦੌੜਿਆ। ਵਾਪਸ ਆ ਗਿਆ। ਉਹਨੇ ਕਿਹਾ ਵੀ ਉਹ ਤੇ ਕ੍ਰੋਧਿਤ ਬੜੀ ਹੈ ਬੀਬੀ, ਉਹਨੇ ਕੀ ਭੀਖ ਦੇਣੀ, ਚੱਲੀਏ। ਉਹ ਨਹੀਂ ਭੀਖ ਦੇ ਸਕਦੀ। ਫਕੀਰ ਕਹਿੰਦਾ ਵੀ ਤੈਨੂੰ ਇਹਦੇ ਕੋਲੋਂ ਭੀਖ ਮੰਗ ਕੇ ਵਿਖਾਵਾਂ ਮੈਂ, ਦੇਗੀ ਹੈ। ਇੱਕ ਤਰੀਕਾ ਹੈ। ਤੂੰ ਕਹਿੰਦਾ ਵੀ ਨਹੀਂ ਦੇਗੀ, ਮੈਂ ਇਹਦੇ ਤੋਂ ਮੰਗਣਾ, ਦੇਗੀ ਜ਼ਰੂਰ। ਕਹਿਣ ਲੱਗਾ ਮੇਰੇ ਨਾਲ ਆ। ਜਵਾਬ ਦੇਣਾ ਸੀ ਉਸਨੂੰ ਵੀ ਰੱਬ ਵੱਡਾ ਹੈ ਕਿ ਭਗਤ ਵੱਡਾ ਹੈ। ਦੋਵੇਂ ਜਣੇ ਚਲੇ ਗਏ ਤੇ ਉਸ ਬੀਬੀ ਦਾ ਇੱਕ ਛੋਟਾ ਜਿਹਾ ਬੱਚਾ ਸੀ, 8-10 ਸਾਲ ਦਾ, ਵਿਹੜੇ ਵਿੱਚ ਤੁਰਿਆ ਫਿਰਦਾ ਹੈ।
ਉਹਨੇ ਨਾ ਕੁਝ ਮੰਗਿਆ ਫਕੀਰ ਨੇ, ਨਾ ਉਸ ਬੀਬੀ ਨਾਲ ਗੱਲ ਕੀਤੀ। ਜਾਂਦਿਆਂ ਸਾਰ ਉਸ ਬੱਚੇ ਨੂੰ ਪਲੋਸਣ ਲੱਗ ਪਿਆ, ਤੂੰ ਬਹੁਤ ਪਿਆਰਾ ਹੈ, ਬੜਾ ਸੋਹਣਾ ਹੈ, ਪੜ੍ਹੇਗਾ ਬਹੁਤ, ਬੜੇ ਵੱਡੇ ਅਹੁਦੇ ਤੇ ਤੂੰ ਲੱਗ ਜਾਣਾ ਹੈ, ਤੇਰੇ ਕੋਲ ਮਾਇਆ ਬੜੀ ਆਵੇਗੀ। ਉਸ ਬੱਚੇ ਦੀਆਂ ਵਡਿਆਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਹੜੀ ਮਾਂ ਬੜੀ ਕ੍ਰੋਧਿਤ ਸੀ ਨਾ, ਬੜੀ ਗੁੱਸੇ ਵਿੱਚ, ਜਿਹੜੀ ਕਦੀ ਕਿਸੇ ਨੂੰ ਇੱਕ ਦਾਣਾ ਨਹੀਂ ਸੀ ਦਾਨ ਕਰਦੀ, ਜਦੋਂ ਉਹਨੇ ਆਪਣੇ ਬੱਚੇ ਦੀ ਵਡਿਆਈ ਸੁਣੀ, ਜਿੱਥੇ ਕ੍ਰੋਧ ਸੀ ਅੰਦਰੋਂ ਦਇਆ ਨੇ ਜਨਮ ਲੈ ਲਿਆ। ਬੱਚੇ ਨਾਲ ਮੋਹ ਸੀ। ਜਦੋਂ ਬੱਚੇ ਬਾਰੇ ਸ਼ਬਦ ਸੁਣੇ ਨਾ ਵੀ ਤੇਰੇ ਕੋਲ ਮਾਇਆ ਬੜੀ ਆਉਣੀ ਹੈ, ਤੂੰ ਬਹੁਤ ਵੱਡਾ ਆਫੀਸਰ ਬਣੇਗਾ, ਬੜੀ ਤੇਰੀ ਚੜ੍ਹਦੀ ਕਲਾ ਹੋਵੇਗੀ, ਮਾਂ ਨੂੰ ਕ੍ਰੋਧ ਭੁੱਲ ਹੀ ਗਿਆ। ਜਿਨਨੇ ਪਹਿਲਾਂ ਜਵਾਬ ਦਿੱਤਾ ਸੀ ਭੀਖ ਦੇਣ ਤੋਂ, ਆਪਣੇ ਆਪ ਅੰਦਰ ਗਈ, ਰਸੋਈ ਦੇ ਵਿੱਚੋਂ ਪ੍ਰਸ਼ਾਦੇ ਲੈ ਕੇ ਆ ਗਈ। ਫਕੀਰ ਨੂੰ ਕਹਿੰਦੀ ਤੂੰ ਅਸੀਸਾਂ ਬੜੀਆਂ ਦਿੱਤੀਆਂ ਨੇ ਮੇਰੇ ਬੱਚੇ ਨੂੰ, ਮੈਂ ਕਦੀ ਕਿਸੇ ਨੂੰ ਦਾਨ ਤਾਂ ਨਹੀਂ ਦਿੱਤਾ, ਪਰ ਅੱਜ ਮੈਂ ਰਹਿ ਨਹੀਂ ਸਕਦੀ ਦਾਨ ਦੇਣ ਤੋਂ ਬਿਨਾਂ, ਅੱਜ ਮੈਨੂੰ ਦੇਣਾ ਹੀ ਪਏਗਾ। ਉਹਨੇ ਪ੍ਰਸ਼ਾਦੇ ਲਏ ਤੇ ਕੋਲ ਹੀ ਉਹ ਖੜਾ ਸੀ ਜਿਹਨੇ ਪੁੱਛਿਆ ਸੀ ਰੱਬ ਵੱਡਾ ਹੈ ਕਿ ਉਹਦਾ ਭਗਤ ਵੱਡਾ ਹੈ। ਤੇ ਫਕੀਰ ਨੇ ਕਿਹਾ ਹੁਣ ਦੱਸ, ਮਾਂ ਵੱਡੀ ਹੈ ਕਿ ਉਹਦਾ ਪੁੱਤਰ ਵੱਡਾ ਹੈ? ਮਾਂ ਨੇ ਤੇ ਕੁਝ ਨਹੀਂ ਸੀ ਦਿੱਤਾ ਤੈਨੂੰ, ਪੁੱਤਰ ਕਰਕੇ ਦੇ ਦਿੱਤਾ। ਭਗਤ ਪਰਮਾਤਮਾ ਦੇ ਪੁੱਤਰ ਨੇ, ਜੇ ਪਰਮਾਤਮਾ ਕੁਝ ਨਹੀਂ ਦੇਣਾ ਚਾਹੁੰਦਾ, ਉਹਦੇ ਭਗਤਾਂ ਦੀ ਵਡਿਆਈ ਕਰ, ਉਹ ਮਜਬੂਰ ਹੋ ਜਾਏਗਾ ਦੇਣ ਵਾਸਤੇ, ਉਹਨੂੰ ਦੇਣਾ ਹੀ ਪਏਗਾ। ਉਹ ਜਵਾਬ ਨਹੀਂ ਦੇ ਸਕਦਾ। ਇਸ ਕਰਕੇ ਨਾ ਇਹਨਾਂ ਵਿੱਚੋਂ ਕੋਈ ਵੱਡਾ ਹੈ, ਹਰ ਹਰ ਜਨ ਦੋ ਏਕ ਹੈ, ਦੋਵੇਂ ਇੱਕੋ ਜਿਹੇ ਨੇ। ਨਾ ਇਹਨਾਂ ਵਿੱਚੋਂ ਕੋਈ ਵੱਡਾ ਹੈ ਨਾ ਛੋਟਾ ਹੈ, ਦੋਵੇਂ ਇੱਕੋ ਜਿਹੇ ਨੇ। ਪਰ ਜੇ ਤੂੰ ਰੱਬ ਨੂੰ ਖੁਸ਼ ਕਰਨਾ ਹੈ ਨਾ, ਫਿਰ ਉਹਦੇ ਪਿਆਰਿਆਂ ਨੂੰ ਖੁਸ਼ ਕਰਨਾ ਪਏਗਾ, ਹੋਰ ਕੋਈ ਤਰੀਕਾ ਨਹੀਂ, ਹੋਰ ਕੋਈ ਰਸਤਾ ਨਹੀਂ। ਬਾਬਾ ਬੁੱਢਾ ਜੀ ਨੇ, ਗੁਰੂ ਅੰਗਦ ਦੇਵ ਜੀ ਦਾ ਰਵਾਬੀ ਸੀ ਭਾਈ ਬਲਵੰਡ, ਤੇ ਇੱਕ ਦਿਨ ਬਾਬਾ ਬੁੱਢਾ ਜੀ ਨੇ, ਬਲਵੰਡ ਜੀ ਰਬਾਬ ਲੈ ਕੇ ਜਾ ਰਹੇ ਸਨ, ਤੇ ਅੱਗੇ ਜਾ ਕੇ ਬਾਬਾ ਬੁੱਢਾ ਜੀ ਖੜੇ ਹੋ ਗਏ, ਕਹਿਣ ਲੱਗੇ ਬਲਵੰਡ ਇੱਕ ਸ਼ਬਦ ਸੁਣਾ ਦੇ ਰਾਹ ਵਿੱਚ। ਤੇ ਹੁਣ ਕਲਾ ਸੀ ਉਹਨਾਂ ਕੋਲ, ਸੰਗੀਤ ਸੀ ਉਹਨਾਂ ਦੇ ਕੋਲ। ਬਲਵੰਡ ਨੇ ਕਿਹਾ ਵੀ ਹੁਣ ਕੋਈ ਟਾਈਮ ਹੈ, ਮੈਂ ਜਾ ਰਿਹਾ। ਬਾਬੇ ਬੁੱਢੇ ਨੇ ਕਿਹਾ ਵੀ ਪਤਾ ਨਹੀਂ ਅੱਜ ਮੇਰਾ ਦਿਲ ਬਹੁਤ ਕਰਦਾ, ਤੂੰ ਇੱਕ ਸ਼ਬਦ ਮੈਨੂੰ 2 ਮਿੰਟ ਦਾ ਸੁਣਾ ਦੇ, ਮੇਰੇ ਤੇ ਕਿਰਪਾ ਕਰ, ਬਹੁਤ ਮਨ ਕਰ ਰਿਹਾ। ਤੇ ਬਲਵੰਡ ਨੇ ਕਿਹਾ ਵੀ ਤੈਨੂੰ ਕੀ ਪਤਾ ਕੀਰਤਨ ਕੀ ਹੁੰਦਾ, ਤੂੰ ਰਾਹ ਵਿੱਚ ਹੀ ਖੜਾ ਹੋ ਗਿਆ, ਜਾ ਮੱਝਾਂ ਨੂੰ ਪੱਠੇ ਪਾ ਜਾ ਕੇ, ਤੈਨੂੰ ਕੀ ਪਤਾ ਹੈ, ਸੁਣਨਾ ਹੀ ਤੇ ਸਵੇਰੇ ਆ ਜੀ ਦਰਬਾਰ ਵਿੱਚ, ਤੇਰੇ ਇਕੱਲੇ ਵਾਸਤੇ ਨਹੀਂ ਮੈਂ ਗਾਉਣ ਲੱਗਾ। ਉਸ ਵੇਲੇ ਬਾਬਾ ਬੁੱਢਾ ਜੀ ਇੱਕ ਪਾਸੇ ਹੋ ਗਏ, ਚਲੇ ਗਏ। ਸਵੇਰੇ ਵਕਤ ਆਇਆ, ਗੁਰੂ ਅੰਗਦ ਦੇਵ ਜੀ ਦਾ ਦਰਬਾਰ ਸਜ ਗਿਆ। ਭਾਈ ਬਲਵੰਡ ਰਬਾਬ ਮੋਢੇ ਤੇ ਪਾ ਕੇ ਆਉਂਦਾ ਹੈ, ਰਬਾਬ ਖੋਲੀ ਵਜਾਉਣ ਲੱਗਾ। ਗੁਰੂ ਅੰਗਦ ਦੇਵ ਜੀ ਨੇ ਮੂੰਹ ਦੂਜੇ ਪਾਸੇ ਕਰ ਲਿਆ, ਪਿੱਠ ਕਰ ਲਈ ਬਲਵੰਡ ਵੱਲ। ਬਲਵੰਡ ਹੈਰਾਨ ਹੋ ਗਿਆ ਵੀ ਤੇ ਕੀਰਤਨ ਦੇ ਆਸ਼ਕ ਨੇ, ਮੁਰੀਦ ਨੇ, ਇਹਨਾਂ ਮੂੰਹ ਕਿਉਂ ਪਾਸੇ ਕੀਤਾ ਹੈ? ਫਿਰ ਦੂਜੇ ਪਾਸੇ ਗਿਆ, ਉਧਰ ਵਜਾਉਣ ਲੱਗਾ, ਮੂੰਹ ਫਿਰ ਇੱਧਰ ਕਰ ਲਿਆ। ਪੁੱਛਿਆ ਮਹਾਰਾਜ ਕੀ ਗਲਤੀ ਹੋ ਗਈ, ਕੀ ਕਾਰਨ? ਸਤਿਗੁਰਾਂ ਨੇ ਬਚਨ ਕੀਤੇ, ਕਹਿਣ ਲੱਗੇ ਜਦੋਂ ਮੈਂ ਕਹਿੰਦਾ ਸੀ ਉਦੋਂ ਤੂੰ ਨਹੀਂ ਵਜਾਇਆ, ਹੁਣ ਤੂੰ ਲੈ ਕੇ ਆਇਆ ਤੇ ਮੇਰਾ ਨਹੀਂ ਜੀ ਕਰਦਾ, ਚਲਾ ਜਾ। ਬਲਵੰਡ ਕਹਿੰਦਾ ਮਹਾਰਾਜ ਤੁਸੀਂ ਕਦੋਂ ਕਿਹਾ ਮੈਨੂੰ ਕੀਰਤਨ ਕਰ, ਤੇ ਮੈਂ ਜਵਾਬ ਦਿੱਤਾ। ਕਹਿਣ ਲੱਗੇ ਕੱਲ ਜਿਹੜਾ ਬਾਬਾ ਬੁੱਢਾ ਕਹਿ ਰਿਹਾ ਸੀ ਉਹ ਮੈਂ ਹੀ ਕਹਿ ਰਿਹਾ ਸੀ, ਹੋਰ ਕੌਣ ਸੀ? ਉਹਦੇ ਵਿੱਚ ਤੇ ਮੇਰੇ ਵਿੱਚ ਫਰਕ ਕੀ ਹੈ? ਬਾਬੇ ਬੁੱਢੇ ਦਾ ਜਿਹੜਾ ਜੀ ਕਰਦਾ ਸੀ ਉਹ ਮੇਰਾ ਹੀ ਜੀ ਕਰਦਾ ਸੀ, ਅਸੀਂ ਦੋਵੇਂ ਵੱਖਰੇ ਨਹੀਂ ਹਾਂ, ਇੱਕੋ ਹੈ। ਜੇ ਤੂੰ ਮੈਨੂੰ ਕੀਰਤਨ ਸੁਣਾਉਣਾ ਹੈ ਤੇ ਪਹਿਲਾਂ ਬਾਬੇ ਬੁੱਢੇ ਨੂੰ ਸੁਣਾਉਣਾ ਪਏਗਾ, ਮੈਂ ਬਾਅਦ ਵਿੱਚ ਸੁਣਾਂਗਾ। ਇਹ ਨਿੱਜੀ ਸੰਬੰਧ ਹੈ, ਮਾਂ ਤੇ ਪੁੱਤਰ ਵਾਲਾ ਸੰਬੰਧ, ਸਿੱਖ ਦਾ ਤੇ ਗੁਰੂ ਦਾ, ਮਾਂ ਦਾ ਤੇ ਪੁੱਤਰ ਦਾ, ਭਗਤ ਦਾ ਤੇ ਪਰਮਾਤਮਾ ਦਾ ਨਿੱਜੀ ਸੰਬੰਧ ਹੈ।
इस करके गुरु अंगद देव जी ने अज ये उदाहरण तां दिती है कि मंत्री होए अठूहियां नागी लगा जाए। नागी दा अर्थ है नाग। वो कह रहे ने भाई भुलेखे विच किते सप दी सिरी नूं हथ ना ला लई। गल बहुत वड्डी है, बहुत औखा है उन्होंने वलना, कोई छुड़ा नहीं सकता। हाँ ये गल पक्की कि ये चीज़ां रोज़ नहीं वापरदियां। किते ये सोच लेना भी 4 पाठ कर लिए तो हुण साडे ते हो जाएगी। भगत बनना पहला जरूरी है। तो एक सच्चाई है, मेरी बांधी भगत छुड़ावै, बांधै भगत ना छूटै मोहे, एक समय मोको गह बंद है। इथों तक गल चली गई कि अकाल पुरख वैगुरु कहता है भी जे किसी समय भगत नामदेव जी रस्सी लैके आ गए ना मेरे को कि मैं तुहानू बंधना है, तो फुन मोह पे जवाब ना होए, मैं जवाब नहीं देंगा, मैं उहदे अगे हथ कर देंगा, बंध लै। दस मैनू बन के किधर ले जाना है गुलाम बना के। इन्ना डूंगा प्यार है, इन्नी डूंगी उन्हां दी आपस विच संबंध है। इस करके सतगुरां ने अज दे बचन विच सानू सुचेत कीता है। कहंदे हुक्म पया धुर खसम का। इहदे अर्थ ने धुर तो परमात्मा दा हुक्म जारी हो जाता है कि ये जिहड़ा निंदक है नाम जपण वालियां दा, इहदा लाभ उठा के कोई अपनी कुर्सी ना चलाए। ध्यान विच रखना इन्हां शब्दां दा कि उच्चे सारे थां ते बह के ये डराउण लग पए लोकां नूं कि जे साडे नाल अड़े जी तुहाडा सत्यानाश हो जाएगा। ये गल्लां हुंदियां ने। जिहड़ा उहदा भगत है ना, उहदी ये निशानी है, वो किसी दा बुरा नहीं मंगेगा, कदी नहीं कहेगा, मुंह नहीं बोलेगा भी तेरा नुकसान हो जाएगा तेरा। अब बड़े लोग खोले ने, लोगों ने इहो जिहे दुकानां खोलियां ने, कहंदे सराफ दे देंदे जी वेख के जाना। गुरु ग्रंथ साहिब दा सिख होवे ते सराफ देवे। ये गल पक्की है कि गुरु का होवे सिख, ओदी कोई बेअदबी करे, वो आप नहीं कहेगा भी इहदा नाश हो जाए, पर गुरु ने छड्डना नहीं, उसनूं ये ख्याल रखना। ये काम गुरु दा है, सिख दा है ही नहीं है। बड़े शब्द आए ने और गुरु अर्जन देव जी ने वचन भी कीते ने, सुलही ते नारायण राख, सुलही का हाथ कहीं ना पहुंचे, सुलही होए मुआ ना पाक। आवे विच डिग के सड़ गया। तुसी इतिहास सुनदे हो, सुलही खान गुरु अर्जन देव जी ते चढ़ के आया सी लुटण वास्ते, रस्ते दे विच आवे विच डिग पिया। नापाक दा मतलब क्योंकि वह मुसलमान सी, वो मनते ने जे मरण तो बाद बंदे नूं साड़ दी ते नापाक हो जाता, सीधा ही डिग पिया, विच ही सड़ गया, समाप्ति हो गई। तां ये शब्द सिर्फ तां आउंदे ने कि भुलेखा ना किते खा जाए बंदा। सुचेत रहना चाहिए धार्मिक मार्ग दे अंदर, इस दुनिया दे विच वेख के तुरना चाहिए। कई बारी कीती हुई अवग्या जीवन दे विच बहुत सारा वड्डा मामला पैदा कर सकती है। हुक्म पया तुर खसम का, परमात्मा दे दरों हुक्म जारी हो गया, अति हूं कि इस बंदे ने अत कर दी है। सताउण विच परमात्मा दे सेवक नूं सताउण विच इहने अत कर दी है। धक्का खाए हुण उहनूं धक्का दे दिता जाता है, उसनूं डेग दिता जाता है, उहनूं खुआर किया जाता है। हाँ, इहदे विच भगत की निशानी यह है कि वह वापसी कुछ कहे ना, ये तां वापरदा है। जिन्हों कहा जा रहा, जिन्हों सताया जा रहा, जे वो एक्शन विच आ गया, जे उन्हें कह दिता भी इहदा नाश हो जाना, मैं भी करना पाठ, फिर बराबर हो गया दोवें। फिर एक विच विशेषता नहीं रही। ये उत्थे वापरदा, इस करके बड़ा घट वापरदा, ज्यादा नहीं है। जिन्हों सताया जाता है, जे ओदा मन ही चुप कर जाए, बिल्कुल ओदे विचों कदी विरोध निकले ही ना,
ਜਦੋਂ ਹੱਦ ਹੋ ਜਾਏ, ਜਦੋਂ ਅੱਤ ਹੋ ਜਾਏ, ਉਹ ਬਿਲਕੁਲ ਨਾ ਬੋਲੇ, ਬੜੀ ਲੰਮੀ ਖਿੱਚ ਜਾਏ, ਅਖੀਰ ਨੂੰ ਫਿਰ ਕੁਦਰਤ ਹਰਕਤ ਵਿੱਚ ਆ ਜਾਂਦੀ ਹੈ, ਫਿਰ ਉਹ ਖੜਾ ਹੁੰਦਾ ਹੈ। ਇਹ ਤਾਂ ਵਾਪਰਦਾ ਹੈ, ਇਸ ਕਰਕੇ ਜ਼ਿਆਦਾ ਵਾਪਰਦੇ ਨਹੀਂ। ਆਪਾਂ ਕਹਿ ਤੇ ਦਿੰਦੇ ਆ ਵੀ ਇਹਨੂੰ ਰੱਬ ਹੀ ਵੇਖੇਗਾ, ਪਰ ਪਹਿਲਾਂ ਆਪ ਜ਼ੋਰ ਵੀ ਤੇ ਲਾ ਬੈਠੇ ਆ ਨਾ ਵੇਖਣ ਵਾਸਤੇ। ਹੁਣ ਕਹਿੰਦੇ ਆ ਰੱਬ ਵੇਖੇਗਾ। ਕਿਸੇ ਨਾਲ ਵਿਰੋਧ ਹੋਵੇ ਨਾ ਤੇ ਪਹਿਲਾਂ ਸਾਰਾ ਜ਼ੋਰ ਲਾ ਦਿੱਤਾ ਉਹਨੂੰ ਸਿੱਧਿਆਂ ਕਰਨ ਵਾਸਤੇ, ਜਦੋਂ ਨਾ ਹੋਇਆ ਫਿਰ ਗੁਰਦੁਆਰੇ ਜਾ ਕੇ ਅਰਦਾਸ ਕਰਾ ਦਿੱਤੀ, ਤੁਸੀਂ ਆਪ ਹੀ ਸੰਭਾਲ ਲੈਣਾ ਜੀ। ਤੇ ਜੇ ਪਹਿਲਾਂ ਕਹਿੰਦੇ ਗੱਲ ਤਾਂ ਬਣਨੀ ਸੀ, ਪਹਿਲਾਂ ਜ਼ੋਰ ਲਾ ਲਿਆ ਸਾਰਾ, ਹੱਥ ਕੰਡੇ ਸਾਰੇ ਵਰਤੇ ਨੇ, ਇਸ ਕਰਕੇ ਦੋਵੇਂ ਬਰਾਬਰ ਹੋ ਗਏ। ਹੁਣ ਉੱਥੇ ਇਹ ਘਟਨਾ ਨਹੀਂ ਵਾਪਰਦੀ, ਉੱਥੇ ਵਾਪਰ ਨਹੀਂ ਸਕਦਾ, ਹੋ ਨਹੀਂ ਸਕਦਾ। ਤਾਂ ਇਹ ਗੁਰਮੁਖ ਸਿਓ ਮਨਮੁਖ ਅੜੈ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਮਨਮੁਖ ਗੁਰਮੁਖ ਦੇ ਨਾਲ ਈਰਖਾ ਕਰਦਾ, ਉਹਦੇ ਜੀਵਨ ਨੂੰ ਵੇਖ ਕੇ, ਉਹਦੀ ਚੜ੍ਹਦੀ ਕਲਾ ਨੂੰ ਵੇਖ ਕੇ। ਡੁੱਬੈ ਹੱਕ ਨਿਆਏ, ਇਹ ਕੁਦਰਤ ਦਾ ਨਿਯਮ ਹੈ, ਕੁਦਰਤ ਦਾ ਇੱਕ ਤਰ੍ਹਾਂ ਦਾ ਤਰੀਕਾ ਹੈ ਕਿ ਮਨਮੁਖ ਜਿਹੜਾ ਅੜਦਾ ਹੈ, ਇੱਕ ਦਿਨ ਉਹਦੇ ਜੀਵਨ ਦੀ ਸਮਾਪਤੀ ਹੋ ਜਾਂਦੀ, ਜਾਂ ਉਹ ਜਿੰਦਾ ਹੀ ਇਸ ਤਰ੍ਹਾਂ ਦਾ ਹੋ ਜਾਂਦਾ ਹੈ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਵਾਰ-ਵਾਰ ਇਹਦੇ ਵਿੱਚ ਦੁਹਰਾਇਆ ਤਾਂ ਕਿ ਆਪਾਂ ਸੁਚੇਤ ਹੋ ਜਾਈਏ। ਕਈ ਵਾਰੀ ਇਹ ਸ਼ਬਦ ਆਉਂਦੇ ਨੇ, ਮਨ ਸੋਚਦਾ ਵੀ ਇੱਕ ਸਾਰੀ ਅਸ਼ਟਪਦੀ ਨਿੰਦਕ ਤੇ ਲਾ ਦਿੱਤੀ, ਪੜ੍ਹਦਿਆਂ ਪੜ੍ਹਦਿਆਂ ਡਰ ਵੀ ਆਉਣ ਲੱਗ ਪੈਂਦਾ ਕਿ ਸੰਤ ਕਾ ਨਿੰਦਕ ਮਹਾ ਅਤ ਤਾਈ, संत का निंदक खिन टिकन न पाई, संत का निंदक महा हत्यारा, संत का निंदक परमेश्वर मारा, संत का निंदक राज ते हीन, संत का निंदक दुखिया अरदीन। संत के हते को रखे ना कोई, संत का निंदक थान भ्रष्ट होए, जिथे वो रहिंदा वो थां भ्रष्ट हो जाता है। संत की निंदा दोख में दोख, सारे पापां दे विच विशेष पाप है। तां इत्थे संत दे अर्थ होणगे वो हस्ती, वो शख्सियत इस धरती दी। संत किनू कहा गया है? किते किते गुरबाणी विच संत लफज गुरु वास्ते आया, बड़ी घट थावां ते, नहीं तो संत दे अर्थ ने गुरसिख, गुरमुख, गुरसिख, ब्रह्म ज्ञानी भी कह सकते, हरिजन भी कह सकते, कोई भी लफज। संत दे अर्थ ने जिहदा जन्म सत विचों होया है, शब्द विचों होया है, उहनूं संत कहिंदे। जिहड़ी नाम दी औलाद है, संत तुझी तन, तन कहिंदे तना पुत्र, तां संत तुझी तन संगत प्राण। संत दे भाव, संत दा अर्थ कोई शरीर नहीं है। संत एक अंदर दी परसनैलिटी दा नाम है, एक शख्सियत दा नाम है, एक रैंक दा नाम, ओहदा है, ओहदे कोल कोई योग्यता है। इस करके चलो सत्कारयोग शब्द है, पर गुरु कृपा करे। एक पासे ते आपां कहने लोग संत जनां दी निंदिया भी करते हैं बहुत। तुसी कथा सुनते हो, बड़ियां लंबियां कथावां ने निंदा दियां। असीं उन्हां नूं इह भी कहने भी निंदिया क्यों करते हैं। ठीक है, निंदिया नहीं करनी चाहिए, पर जिहड़े आपां संत शब्द की वरतों करन लई तैयार बर तैयार बैठे हैं ना, लक बन के पिछे, बड़ी लंबी लाइन है, समा नहीं मिल रहा, समा नहीं मिल रहा। नहीं तो बड़े हजारां की गिनती विच लोग ने जिहड़े संत बनन की ख्वाहिश है अंदर, बड़ी उच्ची पदवी है। जिन्ने घट होणगे उन्नी क्वालिटी उच्ची होवेगी, सत्कार भी रहेगा। जे होवे लोकां दे मूहों निकल जाए संत है, फिर गल बनेगी, लोग कहन लग पैण, झुक जाण लोग, फिर गल वड्डी हो जाएगी। पर यह दुखांत बहुत वड्डा है, गिनती इन्नी वध गई है, इन्नी ज़्यादा हो गई है। ये थोड़ा जा परहेज करना चाहिए, क्योंकि ओहदा बड़ा वड्डा है। फैसला आप ही ले लेने भी असी हाँ, कोई योग्यता भी होवे, कोई विद्या भी पढ़ी होवे, किसी चीज़ विचों लंघे भी होइए,
ये बड़ी वड्डी थां है, छोटी नहीं है। इस करके सानू गुरेज करना चाहिए है, सानू वेखना चाहिए। संत दे अर्थ ने, बेहंगम दे अर्थ ने पंछी वाला जीवन। मैं सवेरे बेनती की थी, रुख वाला जीवन। ओदा शरीर बंदे दा है, ओदियां ख्वाहिशां पंछी वालियां ने अंदर दियां। पंछी शाम नू चुग के आ गया, सवेर दा पता ही नहीं है की करना है, किसी चीज नाल जुड़िया ही नहीं। सिख कौम दे एक बड़े बड़े ब्रह्म ज्ञानी होए ने, बाबा राम कौर जी संत होए ने। माता जीतो जी ने कहा सी कि ब्रह्म ज्ञानी दे दर्शन कराओ गुरु गोबिंद सिंह महाराज जी नूं। सतगुरां ने घर बुला लिया, कहन लगे लंगर छकाओ, सेवा करो। आ ब्रह्म ज्ञानी बैठे ने, बाबा राम कौर जी। उन्हां दे जीवन दी घटना मैं पढ़ी कि जीवन दे पिछले हिस्से विच उन्हां दा डेरा लुट लिया किसी फौजदार ने। डेरा लुट के लाहौर लै गया। लाहौर दे सूबेदार ने पूछा कितों लुट के लिया है? अमृतसर जिले विच पैंदा है। उन्हें क्या इस तरह इस थां ते सी, इधर इलाका सी। वो जिहड़ा सूबेदार वड्डा सी, उहदा ऑफिसर, वो जानदा सी बाबा राम कौर सिंह जी नूं, बड़े बड़े महात्मा ने। उन्हें कहा तू अपनियां भी जड़ां पुट लियां ते मेरियां भी, विनाश हो जाना। जिथे तू हथ पा लिया सप दी सिरी नूं हथ पा बैठा है। कुछ दिनां दी खेड है, तेरे ते मेरे जीवन दी बस समाप्ति हो जाएगी। क्योंकि वो साध ऐसा, उन्हें बोलना नहीं, फिर रब नूं बोलना पैना है। चला गया, बाबा जी बैठे सन, जाके नमस्कार की बाबा राम कौर सिंह जी। बाद विच इन्हां दा नाम बाबा गुरबख्श सिंह होया। बेनती की जी गलती हुई, तुहाडा डेरा लुटिया गया, समान लै गए ने गलती नाल। उन्होंने इस तरह इशारा कर दिता, बोलते नहीं सन बहुता, कदी कदी थोड़ा। बिरती चढ़ी रहिंदी सी दिन रात। फिर उन्होंने बेनती की जी दसो समान किहड़ा असीं वापस करना है, होर भी भेटा दे के जानी है। तो बाबा राम कौर जी 5 मिनट सोचते रहे भी डेरे का समान किहड़ा सी। ध्यान विच ही नहीं आउंदा, क्योंकि ध्यान विच तां आवे जे समान विच बिरती रहिंदी होवे। ते आम ते संत दी व्याख्या ये है, वो दसे ये जांदा भी इत्थे 80 लाख वालियां इन्नियां गड्डियां ने, 1.5 करोड़ वालियां इन्नियां ने, इन्ने इस संत दे नां ते पेट्रोल पंप ने। ये दस्या जांदा, ये निशानी है। जे ये चीज़ां संत दी डेफिनेशन ने, फिर तो सारे पूंजीपति सारे संत ने ना। तुसीं वेंदे हो लुधियाणे विच किन्नी माया है। ਉਹਦੇ अंदर कोई नवी चीज़ है जिहड़ी संसारियां कोल नहीं, ਉਹਨੂੰ संत कहंदे ने। जिहदे कोल बैठिया मन अपने आप जुड़े। गुरु ग्रंथ साहब ने सब तो वड्डा सिग्नल यह दिता साधु दा, गुरमुख दा, संत दा, कि तुसी जाओ ते संसार भुलन लगे, संसार छुटन लग पे, मन शरीर तो किते उच्चा उडारी मारनी शुरू करता है। ये निशानी है साध दी। ये निशानी साध की जिस भेडत तरीय, भेडत दा अर्थ मिलिया, जिन्हों मिलदियां सार सुरत चीज़ां तो उच्ची उठनी शुरू हो जाए, ध्यान खाली होने लग पे, मन किसी सरूर विच जाना शुरू करदा। संतों नूं कहा गुरु ग्रंथ साहब जी ने, तो बड़ा वड्डा सत्कारत अहुदा है सिक्खी दे विच। इहदा सत्कार भी होना चाहिए ते इहदी दुरवरतों भी नहीं होनी चाहिए। तो बाबा बुढ़ा जी नूं जदों बार-बार पुछया तुहाडा समान वापस करना दसो की, ते एक छोटा जिहा शब्द क्या कहन लगे, मेरे बाज दियां डोरां सन, वो नहीं दिसदियां, इत्थे लुट के लै गए ने, वापस कर दिओ। बाज दियां डोरां छोटियां छोटियां रस्सियां आउंदियां ने, किन्ना कुछ समान। ये घटना दस